ਇਹ ਡੈਥ सर्टिफिकेट कहता है सरकारी दस्तावेज़ है जी, कोई घरों बनाया होया दस्तावेज़ नहीं। सरकारी दस्तावेज़ मुताबक गुरबचन सिंह जी ठीक 2.25 साल पहला ही मर चुके ने। ADC साहब वालों तहसीलदार नूं एक चिट्ठी जारी की गई तो उसके उत्ते सब तो उत्ते लिखा गया सरकार बनाम श्री गुरु ग्रंथ साहब। चाहे वो सरकारी अदारा है, चाहे वो कोई ऑफिस है, सरकारी अफसर है, चाहे कोर्ट है या किते भी है, इस बंदे ने अजे तक अपनी मालकी शो नहीं की। अहदेदार ने अधिकारी ने किसी ने भी नहीं देखी, कोई जांच पड़ताल करने की कोशिश नहीं की। 2 बार ਅਸੀਂ पुलिस कंप्लेंट भी की, सानू रस्ते 'ਚ घेर के रोकया गया, सारे साढ़े अटैक भी हुए ने। वो कमिश्नर साहब ਨੂੰ एप्लीकेशन ਦਿੱਤੀ ਹੋਈ ਹੈ, ਉਹਦੇ ਤੇ ਵੀ ਕੋਈ ਸੁਣਵਾਈ ਨਹੀਂ ਹੁੰਦੀ ਸਾਡੀ। ਕਮਿਸ਼ਨਰ ਸਾਹਿਬ ਕੋਲ ਵੀ ਹੈਗੇ, ਫਿਰ ਕਿਸੇ ਨੇ ਆਬਜੈਕਸ਼ਨ ਕਿਉਂ ਨਹੀਂ ਕੀਤਾ? ਇਹ ਮਿਲੀ ਭੁਗਤ ਹੈ ਜੀ। ਤੇ ਉਹ ਤਾਂ ਕਹਿੰਦੇ ਨੇ ਮਾਲਕੀ ਮੇਰੀ ਹੈ। ਮੇਰੇ ਗੁਰਮੇਲ ਸਿੰਘ ਦੇ ਖਿਲਾਫ ਇਹ ਪਰਚਾ ਕੀਤਾ ਕਿ ਮੇਰੀ ਖਰੀਦੀ ਹੋਈ ਜਗ੍ਹਾ ਨੂੰ ਠੱਗੀ ਮਾਰ ਕੇ ਇਹਨਾਂ ਨੇ ਵੇਚਣ ਦੀ ਕੋਸ਼ਿਸ਼ ਕੀਤੀ। ਇਨਕੁਆਇਰੀ ਹੁੰਦੀ ਹੈ, ਉਹਦੇ 'ਚ ਇਹਨੂੰ ਡਿਫਾਲਟਰ ਵੀ ਕਿਹਾ ਜਾਂਦਾ, ਇਹਦਾ ਪਰਚਾ ਦਰਜ ਕਰਨ ਵਾਸਤੇ ਵੀ ਕਿਹਾ ਜਾਂਦਾ, ਪਰ ਲੇਕਿਨ ਪਰਚਾ ਦਰਜ ਨਹੀਂ ਹੁੰਦਾ। ਕਾਗਜ਼ਾਂ ਵਿੱਚ ਫਿਰ ਇਹ ਡਿਫਾਲਟਰ ਹੋ ਜਾਏਗਾ, ਕਾਗਜ਼ਾਂ 'ਚ ਫਿਰ ਇਹਨੂੰ ਸਜ਼ਾ ਹੋ ਜਾਏਗੀ, ਬਟ ਬੰਦਾ ਅਜੇ ਵੀ ਕਲੋਨੀ ਕੱਟੀ ਜਾ ਰਿਹਾ, ਅਜੇ ਵੀ ਵਧਾਈ ਜਾ ਰਿਹਾ, ਲੋਕਾਂ ਨੂੰ ਲੁੱਟੀ ਜਾ ਰਿਹਾ। ਕਿ ਤੁਸੀਂ ਕਦੇ ਸੁਣਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜ਼ਮੀਨ ਹੜਪਣ ਦੇ ਲਈ ਕਿਸੇ ਲਾਲਚੀ ਬਿਲਡਰ ਨੇ 2 ਸਾਲ ਪਹਿਲਾਂ ਮਰ ਚੁੱਕੇ ਜ਼ਮੀਂਦਾਰ ਨੂੰ ਕਬਰਾਂ ਦੇ ਵਿੱਚੋਂ ਕੱਢਿਆ ਹੋਵੇ? ਤਾਂ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਤੁਹਾਨੂੰ ਅੱਜ ਅਜਿਹੀ ਖਬਰ ਦਿਖਾਵਾਂਗੇ ਵੀ ਸੁਣਾਵਾਂਗੇ ਵੀ, ਪਰ ਤੱਥਾਂ ਦੇ ਨਾਲ। ਸਭ ਤੋਂ ਪਹਿਲਾਂ ਗੱਲ ਕਰਾਂਗੇ ਉਸ ਮਰੇ ਹੋਏ ਜ਼ਿਮੀਂਦਾਰ ਸਰਦਾਰ ਗੁਰਬਚਨ ਸਿੰਘ ਦੇ ਬੇਟੇ ਦੇ ਨਾਲ, ਸਰਦਾਰ ਗੁਰਮੇਲ ਸਿੰਘ, ਤੇ ਜਾਣਾਂਗੇ ਕਿ ਆਖਰ ਉਹਨਾਂ ਦੇ ਪਿਤਾ ਜੀ ਦੀ ਮੌਤ ਹੋਈ ਕਦੋਂ। ਸਰਦਾਰ ਸਾਹਿਬ, ਤੁਹਾਡੇ ਪਿਤਾ ਜੀ ਦੀ ਮੌਤ ਕਦੋਂ ਹੋਈ? 3/3/2011 ਚ 3 ਮਾਰਚ 2011 ਦੇ ਵਿੱਚ। ਤੇ ਉਸ ਤੋਂ ਬਾਅਦ ਤੁਹਾਡੇ ਪਿਤਾ ਜੀ ਦੀ ਉਹ ਜ਼ਮੀਨ ਜੋ ਤੁਹਾਡੇ ਵਸੀਅਤ ਦੇ ਵਿੱਚ ਤੁਹਾਡੇ ਨਾਮ ਸੀ, ਤੁਸੀਂ ਆਪਣੇ ਨਾਮ ਕਦੋਂ ਕਰਵਾਈ? 3/12/2012 ਚ। ਮਤਲਬ ਕਿ 3 ਦਸੰਬਰ 2012 ਦੇ ਵਿੱਚ ਤੁਸੀਂ ਕਰਵਾਈ। ਉਸ ਤੋਂ ਬਾਅਦ ਤੁਸੀਂ ਉਸ ਜ਼ਮੀਨ ਦੇ ਵਿੱਚੋਂ ਜੋ ਸੇਵਾ ਕੀਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ, ਜੋ ਜ਼ਮੀਨ ਤੁਸੀਂ ਉਹਨਾਂ ਦੇ ਨਾਮ ਲਾਈ, ਉਹ ਤੁਸੀਂ ਕਦੋਂ ਲਾਈ? 7/1/2013 ਚ ਗੁਰੂ ਸਾਹਿਬ ਨੂੰ ਸੇਵਾ ਕੀਤੀ। ਮਤਲਬ 7/1/2013 ਦੇ ਵਿੱਚ ਤੁਸੀਂ ਸੇਵਾ ਕੀਤੀ, ਜ਼ਮੀਨ ਦਾ ਇੱਕ ਹਿੱਸਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਲਾ ਦਿੱਤਾ। ਤਾਂ ਇਹ ਹੈ ਸ਼ਾਰਟ ਦੇ ਵਿੱਚ ਕਹਾਣੀ, ਪਰ ਗੋਲਮੋਲ ਕਿੱਥੇ ਹੋਇਆ ਉਹ ਜਾਣਾਂਗੇ ਸਰਦਾਰ ਜਸਵੰਤ ਸਿੰਘ ਜੀ ਦੇ ਕੋਲੋਂ। ਕਿਉਂ? ਸਰਦਾਰ ਜਸਵੰਤ ਸਿੰਘ ਜੀ ਜਦੋਂ ਆਰਡਰ ਹੁੰਦੇ ਨੇ ਕਿ ਜੋ ਖਰੀਦਾਰ ਹੈ ਉਸ ਜ਼ਮੀਨ ਦਾ, ਯਾਨੀ ਕਿ ਜਿਵੇਂ ਇਹਨਾਂ ਨੇ ਸੇਵਾ ਲਾਈ, ਉਹ ਜ਼ਮੀਨ ਲਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ, ਵੀ ਜੋ ਖਰੀਦਾਰ ਹੈ ਯਾਨੀ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਉਹ ਜੋ ਬਣਦੀ ਰਕਮ ਹੈ, ਫੀਸ ਜੋ ਹੈ ਉਹ ਜਮ੍ਹਾਂ ਕਰਵਾਉਣ। ਤਾਂ ਉਹ ਜਿਹੜੀ ਸੇਵਾ ਸੀ, ਫੀਸ ਦੀ 3.25 ਲੱਖ ਤੋਂ ਜ਼ਿਆਦਾ ਸੀ, ਉਹ ਸੇਵਾ ਸਰਦਾਰ ਜਸਵੰਤ ਸਿੰਘ ਜੀ ਨੇ ਲਾਈ। ਤੇ ਉਸ ਸੇਵਾ ਦਾ ਜੋ ਪ੍ਰਸ਼ਾਸਨ ਵੱਲੋਂ ਇਨਾਮ ਮਿਲਿਆ, ਜਾਂ ਫਿਰ ਕਹਿ ਲਓ ਜੋ ਮਿਲੀ ਭੁਗਤ ਸੀ ਇੱਕ, ਉਸ ਦੇ ਵਜੋਂ 7 ਦਿਨ ਇਹਨਾਂ ਨੂੰ ਜੇਲ੍ਹ ਦੇ ਵਿੱਚ ਵੀ ਲਾਣੇ ਪਏ। ਹੁਣ ਕਾਰਨ ਕੀ ਸੀ, ਕਹਾਣੀ ਕੀ ਬਣੀ, ਤੱਥਾਂ ਦੇ ਨਾਲ ਅਸੀਂ ਗੱਲ ਕਰਾਂਗੇ। ਬਿਨਾਂ ਕਾਗਜ਼ ਤੋਂ, ਸਰਕਾਰੀ ਕਾਗਜ਼ ਨੇ, ਬਿਨਾਂ ਕਾਗਜ਼ਾਂ ਤੋਂ ਅਸੀਂ ਗੱਲ ਨਹੀਂ ਕਰਾਂਗੇ। ਜਸਵੰਤ ਸਿੰਘ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਤੇ ਖਬਰਸਾਰ। ਥੈਂਕ ਯੂ। ਅੱਛਾ, ਜਿਵੇਂ ਸਰਦਾਰ ਸਾਹਿਬ ਨੇ ਦੱਸਿਆ ਹੈ ਵੀ ਇਹਨਾਂ ਦੇ ਫਾਦਰ ਸਾਹਿਬ ਦੀ ਮੌਤ ਹੋਈ ਸੀ ਮੇਰੇ ਖਿਆਲ 'ਚ 2011 ਦੇ ਵਿੱਚ, ਤੇ ਇਹ ਉਸ ਦਾ ਕਾਗਜ਼ ਹੈ ਜੀ? ਇਹ ਉਹਨਾਂ ਦਾ ਡੈਥ ਸਰਟੀਫਿਕੇਟ ਹੈ ਜੀ। ਹਾਂਜੀ, ਇਹ ਗੁਰਬਚਨ ਸਿੰਘ ਜੀ ਦਾ ਡੈਥ ਸਰਟੀਫਿਕੇਟ ਹੈ, ਜਿਹੜਾ ਕਿ ਸਰਕਾਰ ਵੱਲੋਂ ਇਸ਼ੂ ਕੀਤਾ ਗਿਆ। ਕੈਮਰਾ ਪਰਸਨ ਨੂੰ ਕਹਾਂਗਾ ਇੱਕ ਵਾਰ ਜ਼ੂਮ ਕਰਕੇ ਜ਼ਰੂਰ ਨੇੜੇ ਜਾ ਕੇ ਦਿਖਾਵੇ। ਗੁਰਬਚਨ ਸਿੰਘ ਜੀ, ਤੇ ਤਰੀਕ ਲਿਖੀ ਗਈ ਹੈ 3/3/11। ਗੌਰ ਦੇ ਨਾਲ ਦੇਖਿਓ ਜੀ, ਮੌਤ ਦੀ ਮਿਤੀ 3/3/11, ਯਾਨੀ ਕਿ 3 ਮਾਰਚ 2011 ਨੂੰ ਅਕਾਲ ਚਲਾਣਾ ਕਰ ਗਏ ਸਰਦਾਰ ਗੁਰਬਚਨ ਸਿੰਘ ਜੀ, ਜਿਹੜੇ ਜ਼ਮੀਂਦਾਰ ਦੀ ਅਸੀਂ ਗੱਲ ਕਰ ਰਹੇ ਹਾਂ ਜੀ। ਇਹ ਤਾਂ ਉਹਨਾਂ ਦੀ ਮੌਤ ਦਾ ਸਰਟੀਫਿਕੇਟ, ਡੈਥ ਸਰਟੀਫਿਕੇਟ ਜਿਸ ਨੂੰ ਕਹਿੰਦੇ ਆ। ਉਸ ਤੋਂ ਬਾਅਦ ਜਦੋਂ ਵਸੀਅਤ ਕੀ ਸੀ, ਵਸੀਅਤ ਦੇ ਵਿੱਚ ਇਹਨਾਂ ਦਾ ਨਾਮ ਬੋਲਦਾ ਸੀ? ਹਾਂਜੀ, ਜਿਹੜੀ ਇਹਨਾਂ ਦੀ ਵਸੀਅਤ ਸੀਗੀ, ਇਹਨਾਂ ਦੇ ਜਿਹੜੇ ਪਿਤਾ ਜੀ ਸੀਗੇ ਗੁਰਬਚਨ ਸਿੰਘ, ਉਹ ਜੀਂਦੇ ਹੋਏ 2010 ਵਿੱਚ ਇੱਕ ਵਸੀਅਤ ਕਰ ਗਏ ਸੀ ਜੀ। ਇਹ ਵਸੀਅਤ ਓਰੀਜਨਲ ਵਸੀਅਤ ਹੈ ਜੀ, ਇਹ ਰਜਿਸਟਰਡ ਵਸੀਅਤ ਹੈ ਬਕਾਇਦਾ ਜੀ, ਤਹਿਸੀਲਦਾਰ ਸਾਹਿਬ ਤੋਂ, ਵਿੱਚ ਗਵਾਹ ਵੀ ਨੇ, ਪਿੰਡ ਦੇ ਸਰਪੰਚ ਨੇ ਜੀ। ਇਸ ਵਸੀਅਤ 'ਚ ਲਿਖਿਆ ਗਿਆ ਸੀਗਾ ਕਿ ਗੁਰਮੇਲ ਸਿੰਘ
ਇੱਕ ਇਹਨਾਂ ਦੇ 6 ਭੈਣ ਭਰਾ ਸੀਗੇ ਜੀ ਔਰ ਵਸੀਅਤ 'ਚ ਕਲੀਅਰ ਮੈਂਸ਼ਨ ਕੀਤਾ ਗਿਆ ਕਿ ਜਿਹੜੇ ਇਹਨਾਂ ਦੇ ਭੈਣ ਭਰਾ ਨੇ ਉਹਨਾਂ ਨੂੰ ਉਹਨਾਂ ਦਾ ਬਣਦਾ ਹਿੱਸਾ ਇਹਨਾਂ ਦੇ ਪਿਤਾ ਜੀ ਨੇ ਸਾਰਾ ਦੇ ਦਿੱਤਾ ਹੋਇਆ। ਜੀ ਹੁਣ ਜੋ ਵੀ ਚੀਜ਼ ਰਹਿੰਦੀ ਹੈ ਉਹ ਗੁਰਮੇਲ ਸਿੰਘ ਦੇ ਨਾਮ ਤੇ ਹੈ। ਜੀ ਇਹਦੇ ਹੱਕਦਾਰ ਇਹਦਾ ਮਾਲਕ ਅੱਜ ਤੋਂ ਬਾਅਦ ਵਸੀਅਤ ਤੋਂ ਦੇ ਬਿਨਾਂ ਤੇ ਗੁਰਮੇਲ ਸਿੰਘ ਇਹਦੇ ਮਾਲਕ ਨੇ। ਇਸ ਵਸੀਅਤ ਦੇ ਬਿਨਾਂ ਤੇ ਜੀ 3/12/2012 ਜੀ 3/12/2012 ਨੂੰ ਬਕਾਇਦਾ ਗੁਰਮੇਲ ਸਿੰਘ ਜੀ ਦੇ ਨਾਮ ਤੇ ਮਾਲਕੀ ਇਹ ਰੈਵਨਿਊ ਡਾਕੂਮੈਂਟ ਹੈ, ਪਟਵਾਰੀ ਸਾਹਿਬ ਨੇ ਇਸ਼ੂ ਕੀਤਾ ਹੋਇਆ। ਜੀ 3/3/12 ਨੂੰ ਇਹਨਾਂ ਦੀ ਮਾਲਕੀ ਚੜਾਤੀ। ਜੀ ਮਤਲਬ ਉਹ ਜ਼ਮੀਨ ਜਿਹੜੀ ਸੀਗੀ ਉਹ ਹੁਣ ਗੁਰਬਚਨ ਸਿੰਘ ਜੀ ਤੋਂ ਤਿੰਨ- ਗੁਰਮੇਲ ਸਿੰਘ ਦੇ ਨਾਮ ਤੇ ਆ ਗਈ। 3 ਦਸੰਬਰ 2012 ਨੂੰ ਉਹ ਜ਼ਮੀਨ ਸਰਦਾਰ ਗੁਰਮੇਲ ਸਿੰਘ ਜੀ ਦੇ ਨਾਂ ਹੋ ਗਈ। ਹੋ ਗਈ। ਹੋ ਗਈ ਉਸ ਤੋਂ ਬਾਅਦ ਗੁਰਮੇਲ ਸਿੰਘ ਜੀ ਦੇ ਨਾਮ ਤੇ ਚੜਨ ਤੋਂ ਬਾਅਦ 7/1/2013 ਹਾਂ 7/1/2013 ਨੂੰ ਜੀ ਪਟਵਾਰਖਾਨੇ ਤੋਂ ਪਟਵਾਰੀ ਸਾਹਿਬ ਨੇ ਜੀ ਗੁਰਮੇਲ ਸਿੰਘ ਜੀ ਦੇ ਨਾਮ ਦੀ ਮਾਲਕੀ ਦੀ ਇੱਕ ਫਰਦ ਇਸ਼ੂ ਕਰ ਦਿੱਤੀ। ਜੀ ਇਹ ਜਿਹੜੇ ਦਸਤਾਵੇਜ਼ ਅਸੀਂ ਦਿਖਾ ਰਹੇ ਹਾਂ ਇਹ ਸਾਰੇ ਸਰਕਾਰੀ ਦਸਤਾਵੇਜ਼ ਨੇ। ਇਹ ਸਰਕਾਰੀ ਥੱਲੇ ਸਾਈਨ ਨੇ ਪਟਵਾਰੀ ਸਾਹਿਬ ਦੇ। ਜੀ ਇਹ ਜਿਹੜਾ ਡਾਕੂਮੈਂਟ ਹੈਗਾ ਇਹ ਵੀ ਰੈਵਨਿਊ ਡਿਪਾਰਟਮੈਂਟ ਦਾ ਇਹਨੂੰ ਫਰਦ ਕਹਿੰਦੇ ਆ। ਜੀ ਠੀਕ ਹੈ ਇਹ ਫਰਦ ਗੁਰਮੇਲ ਸਿੰਘ ਜੀ ਦੇ ਨਾਮ ਤੇ ਆਉਣ ਤੋਂ ਬਾਅਦ ਜੀ ਇਹਨਾਂ ਨੇ 470 ਗਜ ਦਾ ਜੀ 470 ਗਜ ਦਾ ਜੀ ਹਿਬਾਨਾਮਾ ਜਿਹਨੂੰ ਰਜਿਸਟਰੀ ਆਪਾਂ ਵੀ ਕਹਿੰਦੇ ਆ, ਜੀ ਇਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਸੇਵਾ ਕਰਦੀ। ਜੀ ਇਹ ਓਰੀਜਨਲ ਡਾਕੂਮੈਂਟ ਆ ਉਹਦਾ। ਜੀ ਸਾਰਿਆਂ ਦੀ ਕਾਪੀ ਲੈ ਲਓ। ਮਤਲਬ ਗੁਰਮੇਲ ਸਿੰਘ ਜੀ ਹੁਣ ਅਧਿਕਾਰਕ ਤੌਰ ਤੇ ਕਾਗਜ਼ਾਂ ਦੇ ਵਿੱਚ ਸੇਵਾ ਪਾ ਚੁੱਕੇ ਸੀ। ਉਹ ਜ਼ਮੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਲਾ ਚੁੱਕੇ ਸੀ ਨਾ। ਠੀਕ ਹੈ ਸਰ। ਹਾਂਜੀ ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਦੋਸਤੋ ਗੌਰ ਦੇ ਨਾਲ ਇਹਨਾਂ ਕਾਗਜ਼ਾਤਾਂ ਨੂੰ ਦੇਖਿਓ ਕਿਉਂਕਿ ਕਹਾਣੀ ਬੜੀ ਦਿਲਚਸਪ ਹੈ। ਇਹਦੇ ਵਿੱਚ ਹਿਬਾ ਕਰਨ ਵਾਲੇ ਗੁਰਮੇਲ ਸਿੰਘ ਜੀ ਹੈ। ਜੀ ਹਿਬਾ ਕਰਨ ਵਾਲੇ ਗੁਰਮੇਲ ਸਿੰਘ ਜੀ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਜੀ ਉਹਨਾਂ ਵੱਲੋਂ ਕਿਸੇ ਬੰਦੇ ਨੇ ਕਿਸੇ ਵੀ ਮਤਲਬ ਇਨਸਾਨ ਨੇ ਇਨਸਾਨੀ ਰੂਪ ਨੇ ਕਿਸੇ ਨੇ ਸਿਗਨੇਚਰ ਕਰਨੇ ਸੀਗੇ ਜੀ ਦਸਤਾਵੇਜ਼ ਤੇ, ਸਰਕਾਰੀ ਦਸਤਾਵੇਜ਼ ਤੇ। ਜੀ ਉਹਦੇ ਵੱਲੋਂ ਮੇਰੇ ਸਿਗਨੇਚਰਸ ਨੇ ਜੀ ਜੋ ਇਹਨਾਂ ਦੀ ਸਹਿਮਤੀ ਨਾਲ ਹੋਏ ਨੇ। ਜੀ ਇੱਕ ਗਵਾਹ ਸੀ ਇੱਥੇ, ਜੀ ਤਹਿਸੀਲਦਾਰ ਸਾਹਿਬ ਨੇ ਇਹਨੂੰ ਤਸਦੀਕ ਕੀਤਾ। ਜੀ ਮਤਲਬ ਜੇ ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਸਮਝੀਏ, ਜੇ ਮੈਂ ਇੱਕ ਸਵਾਲ ਤੁਹਾਨੂੰ ਕਰਾਂ ਵੀ ਇਹ ਜ਼ਮੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਲੱਗਣੀ ਸੀ, ਤੁਹਾਡਾ ਇਹਦੇ ਵਿੱਚ ਕੋਈ ਨਾ ਇੰਟਰਸਟ ਸੀ ਜ਼ਮੀਨ ਦੇ ਵਿੱਚ, ਨਾ ਤੁਹਾਨੂੰ ਕੋਈ ਇਸ ਜ਼ਮੀਨ ਦਾ ਫਾਇਦਾ ਹੋਣਾ ਸੀ ਤੁਹਾਨੂੰ ਨਿੱਜੀ ਤੌਰ ਤੇ? ਜੀ ਇਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਹੈ ਔਰ ਇਹਦੇ ਵਿੱਚ ਕਲੀਅਰ ਲਿਖਿਆ ਗਿਆ ਹੈ ਕਿ ਇਹ ਸਿਰਫ ਇਹਦਾ ਜਿਹੜਾ ਮੰਤਵ ਹੈ ਧਾਰਮਿਕ ਕਾਰਨਾਂ ਵਾਸਤੇ ਜਾਂ ਕਿਸੇ ਦੀ ਭਲਾਈ ਵਾਸਤੇ ਹੀ ਵਰਤਿਆ ਜਾਊਗਾ। ਮਤਲਬ ਅਸੀਂ ਕਹਿ ਸਕਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਜ਼ਮੀਨ ਉੱਤੇ ਗੁਰਦੁਆਰਾ ਸਾਹਿਬ ਬਣਾਇਆ ਜਾ ਸਕਦਾ ਸੀ, ਜਾਂ ਲੋਕ ਭਲਾਈ ਵਾਸਤੇ ਜਾਂ ਗੁਰੂ ਦੀ ਸਿੱਖਿਆ ਦੇ ਅਕੋਰਡਿੰਗ ਜੋ ਵੀ ਚੀਜ਼ਾਂ ਹੋ ਸਕਦੀਆਂ ਨੇ ਜੀ। ਉਹ ਚੀਜ਼ਾਂ ਦੇ ਹੀ ਇੱਥੇ ਕੰਮ ਹੋ ਸਕਦਾ। ਇਹਨੂੰ ਕੋਈ ਵੀ ਬੰਦਾ ਨਿੱਜੀ ਇਜਾਜ਼ਤ ਦੇ ਤੌਰ ਤੇ ਨਹੀਂ ਵਰਤ ਸਕਦਾ। ਠੀਕ ਹੈ। ਇਹ ਕਦੋਂ ਇਹਨਾਂ ਨੇ ਕਰਵਾਈ ਸੀ, ਤਰੀਕ ਕੀ ਸੀ, ਇੱਕ ਵਾਰ ਦੁਬਾਰਾ ਦੱਸੋ ਪਲੀਜ਼? ਇਹ ਹੈਗੇ ਜੀ 10/1/2013 ਨੂੰ 2013 7/1/2013 ਨੂੰ ਫਰਜ਼ ਮਿਲੀ ਸੀ ਗੁਰਮੇਲ ਸਿੰਘ ਜੀ ਦੇ ਮਾਲਕੀ ਦੀ। ਜੀ 10/1/13 ਨੂੰ ਇਹ ਹਿਬਾਨਾਮਾ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਗੁਰਮੇਲ ਸਿੰਘ ਵੱਲੋਂ ਕਰਾਇਆ ਗਿਆ। ਠੀਕ ਹੈ, ਹੋ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਉਹ ਜ਼ਮੀਨ ਜਿਹੜੀ ਸੀ ਉਹ ਇਹਨਾਂ ਨੇ ਸੇਵਾ ਕਰਤੀ ਸ਼੍ਰੀ ਗੁਰਮੇਲ ਸਰਦਾਰ ਗੁਰਮੇਲ ਸਿੰਘ ਜੀ ਨੇ। ਜੀ ਉਸ ਤੋਂ ਬਾਅਦ ਰਫੜ ਕੀ ਪਿਆ? ਉਸ ਤੋਂ ਬਾਅਦ ਇਹ ਰਫੜ ਪਿਆ ਜੀ। ਇਹ ਜਿਹੜੀ ਖਬਰ ਹੈਗੀ ਹੈ ਇਹਨੂੰ ਕੋਲੋਨਾਈਜ਼ਰ ਨੂੰ ਮਿਲ ਗਈ, ਇਸ ਬਿਲਡਰ ਨੂੰ ਮਿਲ ਗਈ, ਹਾਂਜੀ ਇਸ ਲਾਲਚੀ ਬਿਲਡਰ ਨੂੰ ਮਿਲ ਗਈ ਕਿ ਵੀ ਇਹਨਾਂ ਨੇ ਇਹ ਜਗ੍ਹਾ ਜਿਹੜੀ ਇਹਨੇ ਕਿਸੇ ਹੋਰ ਮੰਤਵ ਵਾਸਤੇ ਵੇਚਣ ਵਾਸਤੇ ਜੀ ਰੱਖੀ ਸੀ, ਜੀ। ਇਹਦਾ ਫਾਇਦਾ ਲੈਣ ਵਾਸਤੇ ਰੱਖੀ ਸੀ। ਜੀ ਇਹ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਕਰਵਾਤੀ। ਜੀ ਉਹਨੂੰ ਰੋਕਣ ਵਾਸਤੇ ਇਹਨੇ ਇੱਕ ਡੀਸੀ ਸਾਹਿਬ ਕੋਲ ਐਪਲੀਕੇਸ਼ਨ ਦਿੱਤੀ ਜੀ ਕਿ ਜੀ ਇਹ ਜਿਹੜੀ ਜਗ੍ਹਾ ਹੈਗੀ ਹੈ ਜੀ ਇਹ ਜਗ੍ਹਾ ਰਸਤਿਆਂ ਔਰ ਪਾਰਕਾਂ ਦੀ ਰੱਖ ਵੀ ਰੱਖੀ ਹੋਈ ਹੈ ਜਿਹੜੇ ਕਿ ਕਾਰਪੋਰੇਸ਼ਨ ਨੂੰ ਟ੍ਰਾਂਸਫਰ ਹੋਣੀ ਹੈ। ਜੀ ਜਦ ਕਿ ਇਹ 4 ਦੀਵਾਰੀ ਹੈ ਜਗ੍ਹਾ, ਜੀ 4 ਦੀਵਾਰੀ ਹੋਈ ਹੋਈ ਹੈ ਇਸ ਜਗ੍ਹਾ ਦੀ। ਇਹਦੇ ਵਿੱਚ 2 ਕਮਰੇ ਬਣੇ ਹੋਏ ਨੇ। ਜੀ ਉਸ ਜਗ੍ਹਾ ਤੋਂ ਔਰ ਰਸਤੇ ਔਰ ਜਿਹੜੇ ਪਾਰਕਾਂ ਦੀ ਗੱਲ ਹੈ ਇਹ ਗੱਲ 2013 ਦੀ ਹੈ। ਉਹ 2001 ਚ ਕਲੋਨੀ ਕੱਟੀ ਗਈ ਸੀਗੀ। ਜੀ ਉਦੋਂ ਉਹ ਜੋ ਵੀ ਸ਼ਰਤਾਂ ਸੀਗੀਆਂ ਪੁੱਡਾਂ ਦੀਆਂ ਜਾਂ ਨਕਸ਼ਾ ਜਾਂ ਜੋ ਡਾਕੂਮੈਂਟ ਸੀਗੇ
ਉਹਦੇ ਅਕੋਰਡਿੰਗ ਉਦੋਂ ਹੀ ਰਸਤੇ ਪਾਰਕਾਂ ਬਣ ਗਈਆਂ ਸੀਗੀਆਂ। ਜੀ ਨਹੀਂ, ਇਸ ਕੇਸ ਦੇ ਵਿੱਚ ਇਸ ਬਿਲਡਰ ਦਾ ਜੀਕੇ ਸਟੇਟ ਮੇਰੇ ਖਿਆਲ 'ਚ ਉਹਨਾਂ ਦੀ ਕੰਪਨੀ ਦਾ ਨਾਮ ਹੈ, ਗੁਲਸ਼ਨ ਕੁਮਾਰ ਨਾਮ ਹੈ ਮੇਰੇ ਖਿਆਲ 'ਚ ਬਿਲਡਰ ਦਾ। ਸਾਡੀ ਗੱਲ ਵੀ ਹੋਈ ਹੈ, ਤੁਹਾਨੂੰ ਉਹ ਵੀ ਦੱਸਾਂਗੇ ਉਹਨਾਂ ਨੇ ਕੀ ਕਿਹਾ। ਤੇ ਉਹਨਾਂ ਦੀ ਐਂਟਰੀ ਕਿਵੇਂ ਹੋਈ ਹੈ, ਕਿ ਪਹਿਲਾਂ ਜ਼ਮੀਨ ਉਹਨਾਂ ਨੇ ਲਈ ਹੋਈ ਸੀ ਜਾਂ ਕਿਵੇਂ? 2000 ਵਿੱਚ ਸਨ 2000 ਵਿੱਚ ਇਹਨਾਂ ਨੇ ਗੁਰਬਚਨ ਸਿੰਘ ਤੋਂ ਇੱਕ ਇਕਰਾਰਨਾਮਾ, ਸਹਿਮਤੀਨਾਮਾ ਔਰ ਮੁਖਤਿਆਰਨਾਮਾ ਲਿਆ ਸੀਗਾ ਕਿ ਅਸੀਂ ਕਲੋਨੀ ਪੁੱਡਾ ਅਪਰੂਵਡ ਕਰਵਾਉਣੀ ਹੈ ਜੀ। ਉਹਦੇ ਵਾਸਤੇ ਲਾਇਸੈਂਸ ਇਸ਼ੂ ਕਰਾਉਣ ਵਾਸਤੇ ਸਾਨੂੰ ਇਹ ਡਾਕੂਮੈਂਟ ਬਣਾ ਕੇ ਸਾਈਨ ਕਰਕੇ ਦੇ ਦਿਓ ਜੀ ਕਿ ਅਸੀਂ ਇਹ ਕਲੋਨੀ ਦਾ ਲਾਇਸੈਂਸ ਇਸ਼ੂ ਕਰਵਾ ਲਈਏ ਜੀ। ਉਹਦੇ ਵਿੱਚ ਜਿਹੜੇ ਪੁੱਡਾ ਦੀ ਕੰਡੀਸ਼ਨਸ ਇਹ ਹੁੰਦੀ ਹੈ ਕਿ ਵੀ ਪਹਿਲੇ ਇਹ ਆਪਣੇ ਨਾਮ ਤੇ ਮਾਲਕੀ ਕਰਾਵੇ ਜੀ। ਸਭ ਤੋਂ ਪਹਿਲੇ ਤਾਂ ਇਸ ਚੀਜ਼ 'ਚ ਡਿਫਾਲਟਰ ਹੋਇਆ ਕਿ ਇਹਨੇ ਅੱਜ ਤੱਕ 2000 ਤੋਂ ਲੈ ਕੇ 2020 ਤੱਕ ਇਹਨੇ ਕਿਸੇ ਵੀ ਅਦਾਰੇ ਨੂੰ, ਚਾਹੇ ਉਹ ਸਰਕਾਰੀ ਅਦਾਰਾ ਹੈ, ਚਾਹੇ ਉਹ ਕੋਈ ਆਫਿਸ ਹੈ, ਸਰਕਾਰੀ ਅਫਸਰ ਹੈ, ਚਾਹੇ ਕੋਰਟ ਹੈ ਜਾਂ ਕਿਤੇ ਵੀ ਹੈ, ਇਸ ਬੰਦੇ ਨੇ ਅਜੇ ਤੱਕ ਆਪਣੀ ਮਾਲਕੀ ਸ਼ੋਅ ਨਹੀਂ ਕੀਤੀ। ਇਹ ਸੋਲ ਮਾਲਕੀ ਕਿਤੇ ਨਹੀਂ ਹੈਗਾ, ਨਾ ਮਾਲਕ ਹੋਣ ਦਾ ਜਾਂ ਮਾਲਕੀ ਦੇ ਨਾਂ ਤੇ ਨਾ ਹੋਣ ਦੀ ਸਾਡੇ ਕੋਲ ਸਾਰੇ ਡਾਕੂਮੈਂਟਸ ਨੇ, ਉਹ ਅਸੀਂ ਇੱਕ ਇੱਕ ਕਰਕੇ ਤੁਹਾਨੂੰ ਸਾਰੇ ਦਿਖਾਵਾਂਗੇ ਜੀ। ਮਤਲਬ ਕਿ ਕਹਿ ਸਕਦੇ ਹਾਂ ਵੀ ਗੁਰਬਚਨ ਸਿੰਘ ਜੀ ਦੇ ਨਾਲ ਕੋਈ ਅਟਰਨੀ ਦਾ ਕੋਈ ਸਮਝੌਤਾ ਹੋਇਆ ਸੀ, ਅਟਰਨੀ ਇਸਨੇ ਬਣਾਈ ਹੋਈ ਸੀ। ਸਿਰਫ ਉਹ ਲਾਇਸੈਂਸ ਲੈਣ ਵਾਸਤੇ ਸੀਗਾ ਕਿ ਵੀ ਕਾਲਨੀ ਪੁੱਡਾ ਤੇ ਅਪਰੂਵ ਕਰਾਉਣੀ ਆ, ਉਹਦੀ ਜਿਹੜੀ ਕੰਡੀਸ਼ਨ ਸੀਗੀਆਂ ਜਾਂ ਸ਼ਰਤਾਂ ਸੀਗੀਆਂ ਉਹਦੇ ਵਾਸਤੇ ਉਹਨੂੰ ਉਹ ਡਾਕੂਮੈਂਟ ਸਾਈਨ ਕਰਕੇ ਲੈਣੇ ਸੀਗੇ ਜੀ। ਜਦ ਕਿ ਉਸ ਤੋਂ ਬਾਅਦ ਜਿਹੜੇ ਇਹਨੇ ਪਲਾਟ ਵੇਚੇ ਨੇ ਉਹ ਵੀ ਡਾਇਰੈਕਟਲੀ ਜਿੰਨੀਆਂ ਰਜਿਸਟਰੀਆਂ ਹੋਈਆਂ ਨੇ ਉਹ ਗੁਰਬਚਨ ਸਿੰਘ ਤੋਂ ਜਾਂ ਉਹਨਾਂ ਦੇ ਜਿਹੜੇ ਵੀ ਵਾਰਿਸ ਸੀਗੇ ਉਹਨਾਂ ਤੋਂ ਹੋਈਆਂ ਨੇ। ਇਹਨੇ ਡਾਇਰੈਕਟਲੀ ਕੋਲੋਨਾਈਜ਼ਰ ਨੇ ਆਪਣੇ ਨਾਂ ਤੇ ਕੋਈ ਨਹੀਂ ਕਰਾਈ, ਜਦ ਕਿ ਪੁੱਡਾ ਅਪਰੂਵਡ ਦੀ ਇਹ ਨੋਰਮਸ ਦੀ ਪਾਪਰ ਐਕਟ ਦੀ ਉਲੰਘਣਾ ਹੈ ਜੀ। ਕੋਲੋਨਾਈਜ਼ਰ ਪਹਿਲੇ ਆਪਣੇ ਨਾਂ ਤੇ ਰਜਿਸਟਰੀ ਕਰਾਉਂਦਾ, ਆਪਣੀ ਮਾਲਕੀ ਕਰਦਾ, ਫਿਰ ਪਲਾਟ ਵੇਚਦਾ, ਬਟ ਇਹਨੇ ਉਸ ਸ਼ੁਰੂ ਤੋਂ ਹੀ ਇਹਦੀ ਨੀਅਤ ਮਾੜੀ ਹੋਣ ਕਰਕੇ ਇਹਨੇ ਕੰਮ ਸ਼ੁਰੂ ਕਰਤਾ। ਚਲੋ ਉਹ ਤਾਂ ਕਰਤਾ, ਲੇਕਿਨ ਜਦੋਂ ਇਹਨਾਂ ਦੇ ਫਾਦਰ ਸਾਹਿਬ ਐਕਸਪਾਇਰ ਹੋਏ ਆ ਜੀ 3 ਮਾਰਚ 2011 ਨੂੰ ਮੇਰੇ ਖਿਆਲ ਦੇ ਵਿੱਚ, ਜੇ ਮੈਂ ਗਲਤ ਨਹੀਂ, ਤਾਂ ਜਿਹੜੇ ਪਾਵਰ ਆਫ ਅਟਰਨੀ ਸੀ ਉਹ ਤਾਂ ਫਿਰ ਮੇਰੇ ਖਿਆਲ ਖਤਮ ਹੋ ਗਈ, ਕਿਉਂਕਿ ਜੋ ਰੂਲ ਕਹਿੰਦਾ ਹੈ ਦੋਨਾਂ ਦੇ ਵਿੱਚੋਂ ਕੋਈ ਵੀ, ਚਾਹੇ ਜ਼ਮੀਨਦਾਰ ਚਾਹੇ ਬਿਲਡਰ, ਦੋਨਾਂ ਦੇ ਵਿੱਚੋਂ ਕੋਈ ਵੀ ਐਕਸਪਾਇਰ ਹੁੰਦਾ ਹੈ, ਅਕਾਲ ਚਲਾਣਾ ਕਰ ਜਾਵੇ, ਤਾਂ ਉਹ ਅਟਰਨੀ ਇਮੀਡੀਏਟ ਇਫੈਕਟ ਦੇ ਨਾਲ ਖਤਮ ਹੋ ਜਾਂਦੀ ਹੈ। ਫਿਰ ਉਹਦੀ ਐਂਟਰੀ ਇਸ ਕੇਸ ਵਿੱਚ ਕਿਵੇਂ ਹੋਗੀ? ਇਸ ਕੇਸ ਵਿੱਚ ਇਹ ਹੋਇਆ ਕਿ ਵੀ ਇਹਨਾਂ ਨੇ ਜਿਹੜੀ ਇਹ ਹਿਬਾਨਾਮਾ ਇਹ ਰਜਿਸਟਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਹੋਈ ਸੀ, ਇਹਨੂੰ ਇਹਨਾਂ ਨੇ ਇੰਪਾਊਂਡ ਇਸ ਕਰਕੇ ਕਰਾਇਆ ਕਿ ਵੀ ਗੁਰਮੇਲ ਸਿੰਘ ਇਹਦਾ ਮਾਲਕ ਨਹੀਂ ਬਣਿਆ, ਜਦ ਕਿ ਅਸੀਂ ਤੁਹਾਨੂੰ ਪਹਿਲੇ ਡਾਕੂਮੈਂਟ ਦਿਖਾ ਚੁੱਕੇ ਹਾਂ ਕਿ 12/12 ਨੂੰ 3/12/12 ਨੂੰ ਬਕਾਇਦਾ ਪਟਵਾਰਖਾਨੇ 'ਚ ਇਹਨਾਂ ਦੀ ਫਰਜ਼ ਜਿਹੜੀ ਇਸ਼ੂ ਹੋਈ ਹੈ, ਇਹਨਾਂ ਦੀ ਮਾਲਕੀ ਚੜ੍ਹ ਗਈ ਸੀਗੀ। ਜਦੋਂ ਮਾਲਕੀ ਚੜ੍ਹ ਗਈ ਸੀ ਤਾਂ ਫਿਰ ਗੁਰਮੇਲ ਸਿੰਘ ਦਾ ਨਾ ਮਾਲਕ ਹੋਣਾ ਜਾਂ ਮਾਲਕੀ ਇਹਨਾਂ ਦੇ ਨਾਂ ਤੇ ਨਾ ਹੋਣਾ ਤਾਂ ਕੋਈ ਸਵਾਲ ਹੀ ਨਹੀਂ ਉੱਠਦਾ। ਦੋਸਤੋ ਉਸ ਤੋਂ ਬਾਅਦ ਨਾ ਬੜੀ ਦਿਲਚਸਪ ਗੱਲ ਹੋਈ, ਇਸ ਬਿਲਡਰ ਨੇ ਜੀਕੇ ਸਟੇਟਸ ਵੱਲੋਂ ADC ਸਾਹਿਬ ਨੂੰ ਮੇਰੇ ਖਿਆਲ 'ਚ ਲਿਖ ਕੇ ਕੋਈ ਐਪਲੀਕੇਸ਼ਨ ਦਿੱਤੀ ਗਈ ਹੋਣੀ ਹੈ, ਤੇ ਕੈਮਰਾ ਪਰਸਨ ਨੂੰ ਕਹਾਂਗਾ ਇੱਕ ਵਾਰ ਜ਼ਰੂਰ ਇੱਥੇ ਆਵੇ ਤੇ ਜੋ ਨੋਟਿਸ ADC ਸਾਹਿਬ ਵੱਲੋਂ ਤਹਿਸੀਲਦਾਰ ਨੂੰ ਇੱਕ ਚਿੱਠੀ ਜਾਰੀ ਕੀਤੀ ਗਈ ਤੇ ਉਸ ਦੇ ਉੱਤੇ ਸਭ ਤੋਂ ਉੱਤੇ ਲਿਖਿਆ ਗਿਆ ਸਰਕਾਰ ਬਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ। ਮਤਲਬ ਇੰਨੀ ਮੈਂ ਤਾਂ ਗਲਤੀ ਕਹਾਂਗਾ, ਇੰਨੀ ਵੱਡੀ ਗਲਤੀ। ਤੇ ਉਸ ਤੋਂ ਬਾਅਦ ਦੂਜੇ ਪੈਰੇ ਦੇ ਵਿੱਚ ਪਹਿਲੀ ਲਾਈਨ ਲਿਖੀ ਗਈ ਹੈ ਜੀ, ਖਰੀਦਾਰ ਨੂੰ ਹਾਜ਼ਰ ਹੋਣ ਲਈ ਸਬ ਰਜਿਸਟਰਾਰ ਦਫ਼ਤਰ ਲੁਧਿਆਣਾ ਪੂਰਬੀ ਵੱਲੋਂ ਪਾਬੰਦ ਕੀਤਾ ਗਿਆ। ਇੱਥੇ ਧਿਆਨ ਦੇਣ ਯੋਗ ਹੈ ਕਿ ਖਰੀਦਾਰ ਅਸੀਂ ਜਾਂ ਫਿਰ ਇਹ ਕਾਗਜ਼ ਜੋ ਨੇ ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿ ਰਹੇ ਨੇ ਤੇ ਉਹਨਾਂ ਨੂੰ ਹਾਜ਼ਰ ਹੋਣ ਦੇ ਲਈ ਪਾਬੰਦ ਵੀ ਕੀਤਾ ਗਿਆ। ਅੱਛਾ ਜੀ, ਇਹ ਲੈਟਰ ਆਈ, ਪਾਬੰਦ ਕੀਤਾ ਗਿਆ। ਉਸ ਤੋਂ ਬਾਅਦ ਅੱਗੇ 2011 ਜੀ, ਬਿਲਕੁਲ 2013 ਨੂੰ 2 ਅਪ੍ਰੈਲ 2013 ਨੂੰ ਇਹ ਲੈਟਰ ਤੁਹਾਡੇ ਕੋਲ ਆਈ, ਮੇਰੇ ਕੋਲ, ਤੇ ਉਸ ਤੋਂ ਬਾਅਦ ਫਿਰ ਅੱਗੇ ਉਸ ਤੋਂ ਬਾਅਦ ਤਹਿਸੀਲਦਾਰ ਸਾਹਿਬ ਨੂੰ ਹੁਕਮ ਸੀਗੇ ਕਿ ਇਸ ਨੂੰ ਦੁਬਾਰਾ ਵਾਚ ਕੇ ਸਾਰੇ ਰਿਕਾਰਡ ਨੂੰ, ਅਗਰ ਇਹ ਰਿਕਾਰਡ ਸਹੀ ਹੈ ਤੇ ਇਹਦੇ 'ਚ ਫੀਸ ਜਮ੍ਹਾਂ ਕਰਵਾ ਕੇ ਜਿਹੜਾ ਇਹ ਵਸੀਕਾ ਹੋਇਆ, ਹਿਬਾਨਾਮਾ ਹੋਇਆ, ਇਹਨੂੰ ਰਿਲੀਜ਼ ਕੀਤਾ ਜਾਵੇ। ਠੀਕ ਹੈ। ਇਹਦੇ ਆਰਡਰ ਦੀ ਕਾਪੀ ਬਾ ਅਦਾਲਤ ਸਹਾਇਕ ਕਲੈਕਟਰ ਸਾਹਿਬ ਦਾ ਜੀ, ਇਹ ਆਰਡਰ ਹੈ, ਇਹ ਹੁਕਮ ਨੇ 24/8/2015 ਦੇ ਹੁਕਮ ਨੇ, 24/8/2015 ਦੇ ਜੀ। ਇੱਥੇ ਵੀ ਤੁਸੀਂ ਗੌਰ ਨਾਲ ਦੇਖੋ ਜੀ, ਨੋਟਿਸ ਬਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਕੇ ਸਟੇਟ ਜੀ। ਅੱਛਾ, ਫਿਰ ਇਹ ਤੁਹਾਨੂੰ 24/8/2015 ਨੂੰ ਇਹ ਜਾਰੀ ਕੀਤਾ ਗਿਆ। ਇਮੀਡੀਏਟਲੀ ਇੰਨਾ ਪੈਸਾ ਕਿਸੇ ਕੋਲ ਹੁੰਦਾ ਨਹੀਂ ਹੈ, ਬਟ ਗੁਰੂ ਗ੍ਰੰਥ ਸਾਹਿਬ ਨੇ ਹੁਣ ਜੋ ਸੇਵਾ ਸੀਗੀ ਉਸ ਸੇਵਾ 'ਚ ਫਿਰ ਮੈਨੂੰ ਆਪਣਾ ਹਿੱਸਾ ਦੇਣਾ ਪਿਆ, ਮਜਬੂਰ ਹੋਇਆ ਪਿਆ, ਕਿਉਂਕਿ ਤੁਹਾਡੇ ਸਾਈਨ ਵੀ ਹੋਏ ਸੀ ਪਹਿਲਾਂ, ਸਾਈਨ ਸੀਗੇ ਔਰ ਸਰਕਾਰੀ ਹੁਕਮ ਸੀਗੇ। ਹੁਕਮਾਂ ਦੀ ਪਾਲਣਾ ਕਰਨਾ ਇੱਕ ਨਾਗਰਿਕ ਦਾ ਕਰਤੱਵ ਹੁੰਦਾ ਹੈ। ਲੇਕਿਨ ਸਭ ਤੋਂ ਵੱਡੀ ਗੱਲ ਕਿ ਤੁਹਾਡੇ ਹਿੱਸੇ ਉਹ ਸੇਵਾ ਲੱਗੀ, ਮੇਰੇ ਹਿੱਸੇ ਉਹ ਸੇਵਾ ਲੱਗੀ। ਇਹਦਾ ਮੈਂ ਸ਼ੁਕਰਾਨਾ ਕਰਦਾ ਗੁਰੂ ਗ੍ਰੰਥ ਸਾਹਿਬ ਨੂੰ ਕਿ ਮੈਂ ਉਹਨਾਂ ਨੇ ਮੇਰੇ ਮਤਲਬ ਗੁਰੂ ਗ੍ਰੰਥ ਸਾਹਿਬ ਨੇ ਮੈਨੂੰ ਇਸ ਲਾਇਕ ਸਮਝਿਆ ਜੀ।
ਤੇ 24/8/2015 ਦਾ ਨੋਟਿਸ ਸੀਗਾ ਜੀ ਜਿਹਦੀ ਪਾਲਣਾ ਕਰਦੇ ਹੋਏ ਜੀ 30/5 ਜੀ 30/5/13 ਨੂੰ ਜੀ ਇਹ ਫੀਸ ਜਮ੍ਹਾਂ ਕਰਾ ਕੇ ਨਹੀਂ 10/9/2015 ਹਾਂ 10/9/2015 ਨੂੰ ਰਸੀਦ ਨੰਬਰ 1014 ਜੀ ਰਸੀਦ ਨੰਬਰ 1014 ਜੀ। ਮਿਤੀ 10/9/15 ਨੂੰ ਜੀ 3,26,058 ਰੁਪਏ ਜੀ ਜਮ੍ਹਾਂ ਕਰਾ ਕੇ ਜੀ ਸਬ ਰਜਿਸਟਰਾਰ ਪੂਰਬੀ ਸਾਹਿਬ ਵੱਲੋਂ ਇਹ ਵਸੀਕਾ ਰਿਲੀਜ਼ ਕਰਤਾ ਗਿਆ। ਜੀ ਮਤਲਬ ਇਹ ਕਹਿ ਲਈਏ ਵੀ ਹੁਣ ਕਾਨੂੰਨੀ ਤੌਰ ਤੇ ਇਹ ਜਿਹੜੀ ਜ਼ਮੀਨ ਸੀ ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਹੋ ਚੁੱਕੀ ਸੀ, ਕਿਉਂਕਿ ਤੁਸੀਂ ਫੀਸ ਵੀ ਜਮ੍ਹਾਂ ਕਰਵਾ ਦਿੱਤੀ ਸੀ ਤੇ ਤੁਹਾਡੇ ਕੋਲ ਇੱਥੇ ਰਿਸੀਵਿੰਗ ਵੀ ਹੋ ਚੁੱਕੀ ਰਿਸੀਵਿੰਗ ਵੀ ਹੋ ਚੁੱਕੀ ਸੀਗੀ। ਜੀ ਇਸ ਤੋਂ ਬਾਅਦ ਅਸੀਂ ਉਸ ਦਿਨ ਹੀ ਇਹਦਾ ਇੰਤਕਾਲ ਚੜਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਜੀ ਪਟਵਾਰੀ ਸਾਹਿਬ ਨੂੰ ਐਪਲੀਕੇਸ਼ਨ ਸਬਮਿਟ ਕਰ ਦਿੱਤੀ। ਜੀ ਉਹ ਕਾਪੀ ਦਿਓ। ਸੇਮ ਡੇ ਦਾ ਹੈਗਾ ਜੀ ਉਦੋਂ ਨਹੀਂ ਇਹ ਐਸਡੀਓ ਇਹ ਨਹੀਂ ਕਾਗਜ਼ ਲੱਭੋ, ਕਿਉਂਕਿ ਦੇਖੋ ਕਾਗਜ਼ਾਤ ਬਹੁਤ ਨੇ, ਇਹਨਾਂ ਨੇ ਉਸ ਦਿਨ ਤੁਸੀਂ ਸਬਮਿਟ ਕਰਤੀ, ਉਸ ਤੋਂ ਬਾਅਦ ਉਦੋਂ ਨਹੀਂ ਪਟਵਾਰੀ ਸਾਹਿਬ ਨੂੰ ਇੰਤਕਾਲ ਚੜਾਉਣ ਵਾਸਤੇ ਦਿੱਤਾ ਗਿਆ ਕਿ ਵੀ ਇਹਦਾ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਇੰਤਕਾਲ ਚੜਾ ਦਿਓ, ਜੀ। ਜਿਹੜਾ ਕਿ ਅੱਜ ਦੀ ਡੇਟ ਤੱਕ ਉਹ ਨਹੀਂ ਚੜਿਆ। ਹਾਂ ਕਾਰਨ ਦੌਰਾਨੇ ਇਹਦੇ ਇਸ ਕੋਲੋਨਾਈਜ਼ਰ ਨੇ ਮਿਲੀ ਭਗਤ ਕਰਕੇ ਜੀ ਇੱਕ ਝੂਠੀ ਅਟਾਰਨੀ ਬਣਾਈ, ਇੱਕ ਰੈਜ਼ੋਲੂਸ਼ਨ ਪਾਸ ਕੀਤਾ ਜੀਕੇ ਸਟੇਟ ਐਂਡ ਫਾਈਨੈਂਸ ਪ੍ਰਾਈਵੇਟ ਲਿਮਟਿਡ ਵੱਲੋਂ। ਹਾਂ ਦੌਰਾਨ ਬੋਰਡ ਆਫ ਡਾਇਰੈਕਟਰਸ ਜਿਹੜੇ ਨੇ ਇਹਦੇ, ਉਹਨਾਂ ਨੇ ਇਹ ਰੈਜ਼ੋਲੂਸ਼ਨ ਪਾਸ ਕੀਤਾ। ਬੋਰਡ ਆਫ ਡਾਇਰੈਕਟਰਸ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ। ਸਾਹਿਲ ਕੁਮਾਰ ਜਿਹੜਾ ਗੁਲਸ਼ਨ ਕੁਮਾਰ ਦਾ ਬੇਟਾ ਹੈ, ਜੀ ਜੀ ਇਸ ਕੋਲੋਨਾਈਜ਼ਰ ਦਾ ਬੇਟਾ ਸਾਹਿਲ ਕੁਮਾਰ ਦੇ ਨਾਂ ਤੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ, ਜੀ ਜਿਹਦੇ ਬਿਨਾਂ ਤੇ ਇਹਨਾਂ ਨੇ ਉਹੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਰਜਿਸਟਰੀ ਹੋਈ ਸੀਗੀ ਜੀ ਉਸ ਜਗ੍ਹਾ ਨੂੰ ਜੀ ਕਾਰਪੋਰੇਸ਼ਨ ਨੂੰ ਹਾਂ ਰਜਿਸਟਰੀ ਕਰਾਤੀ। ਮਤਲਬ ਸ਼ੋਅ ਕੀਤਾ ਕਿ ਅਸੀਂ ਰਜਿਸਟਰੀ ਕਰਵਾਤੀ, ਓਰੀਜਨਲੀ ਕਰਵਾਤੀ ਜੀ। ਇਹ ਕਾਪੀ ਕਾਗਜ਼ਾਂ ਦੇ ਵਿੱਚ ਕਰਵਾਈ ਵੀ ਹੈ। ਕਾਗਜ਼ਾਂ ਵਿੱਚ ਕਰਾਤੀ। ਅੱਛਾ, ਉਹ ਦਿਖਾ ਸਕਦੇ ਹੋ ਤੁਹਾਡੇ ਕੋਲ ਹੈਗੀ ਹੈ? ਹਾਂਜੀ ਹਾਂਜੀ ਕਾਗਜ਼ ਬਹੁਤ ਜ਼ਿਆਦਾ ਨੇ। ਇਹ ਕਾਪੀ ਹੈ ਜੀ। ਆਹ ਕਾਪੀ ਹੈ ਜੀ, ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਰਜਿਸਟਰੀ ਹੋਈ ਸੀਗੀ, ਉਸੇ ਜਗ੍ਹਾ ਸੇਮ ਖਸਰਾ ਨੰਬਰ ਸੇਮ ਸਭ ਕੁਝ ਇਹ ਇਹਨਾਂ ਨੇ ਕਾਰਪੋਰੇਸ਼ਨ ਨੂੰ। ਲੇਕਿਨ ਇਹ ਕਲੋਨੀ, ਇਹ ਬਿਲਡਰ ਜਿਹੜੇ ਜੀਕੇ ਸਟੇਟਸ ਵਾਲੇ ਨੇ, ਇਹ ਕਿਵੇਂ ਕਰਵਾ ਸਕਦੇ ਨੇ? ਇਹ ਜਿਹੜੀ ਜ਼ਮੀਨ ਹੈ ਉਹ ਇਹਨਾਂ ਦੇ ਨਾਮ ਸੀ, ਇਹਨਾਂ ਨੇ ਸੇਵਾ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ। ਤੇ ਹੁਣ ਤੁਸੀਂ ਫੀਸ ਵੀ ਜੋ ਸੇਵਾ ਸੀ 3.5 ਲੱਖ ਤੋਂ ਜ਼ਿਆਦਾ, 3,26,000 ਤੋਂ ਜ਼ਿਆਦਾ ਦਾ ਜੋ ਰਕਮ ਬਣਦੀ ਸੀ, ਤੁਸੀਂ ਉਹ ਵੀ ਜਮ੍ਹਾਂ ਕਰਵਾਈ। ਤੁਹਾਡੇ ਕੋਲ ਰਿਸੀਵਿੰਗ ਹੈਗੀ ਹੈ ਓਰੀਜਨਲ। ਤੇ ਫਿਰ ਇਹ ਬੰਦੇ 15/7/2013 ਨੂੰ ਕੀਤਾ ਜੀ ਇਹਨਾਂ ਰੈਜ਼ੋਲੂਸ਼ਨ ਪਾਸ। ਤੇ ਤੁਹਾਡੀ ਉਹ ਕਦੋਂ ਹੋਈ ਹੈ, ਰਿਸੀਵਿੰਗ ਕਦੋਂ ਹੋਈ ਹੈ ਜੀ? ਇਹ ਰੈਜ਼ੋਲੂਸ਼ਨ ਪਾਸ ਇਹਨਾਂ ਨੇ ਕੀਤਾ ਹੈ ਜੀ ਜੁਲਾਈ 2013 ਨੂੰ। ਜੁਲਾਈ 16 ਜੁਲਾਈ 2013 ਨੂੰ ਰੈਜ਼ੋਲੂਸ਼ਨ ਪਾਸ ਕੀਤਾ ਹੈ। ਜੀ ਤੇ 17/7 ਨੂੰ 17/7 ਨੂੰ ਜੀ 16/7 ਨੂੰ ਰੈਜ਼ੋਲੂਸ਼ਨ ਪਾਸ ਹੋਇਆ। ਜੀ 16/7 ਨੂੰ ਇਹ ਰਜਿਸਟਰੀ ਕਰਾਤੀ ਕਾਰਪੋਰੇਸ਼ਨ ਨੂੰ। 17 ਨੂੰ 17/7 ਨੂੰ 17/7 ਨੂੰ 17/7 ਨੂੰ 2013 ਨੂੰ ਸਾਹਿਲ ਕੁਮਾਰ ਜਿਹਦੇ ਨਾਂ ਤੇ ਗੁਲਸ਼ਨ ਕੁਮਾਰ ਨੇ ਜੀਕੇ ਸਟੇਟ ਵੱਲੋਂ ਰੈਜ਼ੋਲੂਸ਼ਨ ਪਾਸ ਕਰਕੇ ਜੀ ਅਟਾਰਨੀ ਦਿੱਤੀ। ਉਸ ਅਟਾਰਨੀ ਦੇ ਵਿੱਚ ਲਿਖਿਆ ਗਿਆ ਸੀਗਾ ਕਿ ਗੁਰਬਚਨ ਸਿੰਘ ਰਜਿਸਟਰੀ ਵਿੱਚ ਜੀ ਗੁਰਬਚਨ ਸਿੰਘ ਮੁਖਤਿਆਰੇ ਨਾਮ ਆਮ ਦੇਣ ਵਾਲਾ, ਜਿਹੜਾ ਕਿ 2001 ਚ ਹੋਇਆ ਸੀ ਗੁਰਬਚਨ ਸਿੰਘ ਨਾਲ, ਉਸ ਮੁਖਤਿਆਰਾਵਾਂ ਨੂੰ ਬੇਸ ਬਣਾ ਕੇ ਸਾਹਿਲ ਕੁਮਾਰ ਨੂੰ ਨੇ ਇਹ ਰਜਿਸਟਰੀ ਕਾਰਪੋਰੇਸ਼ਨ ਨੂੰ ਕਰਾਤੀ। ਔਰ ਉੱਥੇ ਇੱਕ ਲਾਈਨ ਲਿਖੀ ਗਈ ਹੈ, ਮੁਖਤਿਆਰਨਾਮਾ ਆਮ ਦੇਣ ਵਾਲਾ ਹਾਂਜੀ ਜਿੰਦਾ ਅਤੇ ਮੌਜੂਦ ਹੈ। ਵਾਹ ਜੀ ਵਾਹ, ਗੌਰ ਨਾਲ ਪੜ੍ਹੋ ਦੋਸਤੋ। ਮੁਖਤਿਆਰਨਾਮਾ ਆਮ ਦੇਣ ਵਾਲਾ ਜ਼ਿੰਦਾ ਅਤੇ ਮੌਜੂਦ ਹੈ। ਇਹ ਗੱਲ ਹੈਗੀ ਹੈ ਜੀ 17/7/2013 ਦੀ। ਇਸ ਤੋਂ ਤਕਰੀਬਨ 2.25 ਸਾਲ ਪਹਿਲਾਂ ਸਰਦਾਰ ਗੁਰਬਚਨ ਸਿੰਘ ਜੀ ਅਕਾਲ ਚਲਾਣਾ ਵੀ ਕਰ ਚੁੱਕੇ ਸੀ, ਜਿਨ੍ਹਾਂ ਦਾ ਡੈਥ ਸਰਟੀਫਿਕੇਟ ਤੁਹਾਨੂੰ ਅਸੀਂ ਦਿਖਾਇਆ। ਤੇ ਇੱਕ ਵਾਰ ਫਿਰ ਜਿਹੜੀ ਉਸ ਦੀ ਕਾਪੀ ਤੁਹਾਡੇ ਸਾਹਮਣੇ ਇਹ ਪੇਸ਼ ਹੈ। ਤਕਰੀਬਨ 2.25 ਸਾਲ ਪਹਿਲਾਂ 2011 ਦੇ ਵਿੱਚ ਹੀ 3 ਮਾਰਚ 2011 ਨੂੰ ਹੀ ਸਰਦਾਰ ਗੁਰਬਚਨ ਸਿੰਘ ਜੀ ਅਕਾਲ ਚਲਾਣਾ ਕਰ ਚੁੱਕੇ ਸੀ। ਪਰ ਬੜੀ ਹੀ ਚਲਾਕੀ ਦੇ ਨਾਲ ਜੀਕੇ ਸਟੇਟਸ ਵੱਲੋਂ, ਮੈਂ ਇੱਕ ਲਾਈਨ ਤੁਹਾਨੂੰ ਹੋਰ ਪੜ੍ਹ ਕੇ ਸੁਣਾਉਣੀ ਚਾਹਾਂਗਾ। ਕੈਮਰਾ ਪਰਸਨ ਨੂੰ ਕਹਾਂਗਾ ਕਿ ਇੱਕ ਵਾਰ ਨੇੜੇ ਜ਼ਰੂਰ ਆਵੇ। ਤੇ ਇਹ ਜਿਹੜੀ ਲਾਈਨ ਹੈਗੀ ਹੈ, ਜੋ ਕਿ ਮੈਂ ਗੁਰਬਚਨ ਸਿੰਘ
ਧਿਆਨ ਨਾਲ ਪੜ੍ਹਿਓ ਜੀ। ਜੋ ਕਿ ਮੈਂ ਗੁਰਬਚਨ ਸਿੰਘ ਪੁੱਤਰ ਸਰਦਾਰ ਸੁੱਚਾ ਸਿੰਘ ਪੁੱਤਰ ਸਰਦਾਰ ਹਜ਼ੂਰਾ ਸਿੰਘ ਵਾਸੀ ਪਿੰਡ ਮੁੰਡੀਆਂ ਕਲਾਂ ਤਹਿਸੀਲ ਵਾਜਿਲਾ ਲੁਧਿਆਣਾ ਮੁਖਤਿਆਰੇ ਆਮ MSGK ਸਟੇਟ ਐਂਡ ਫਾਈਨੈਂਸ ਪ੍ਰਾਈਵੇਟ ਲਿਮਟਿਡ ਪਤਾ ਜਮਾਲਪੁਰ ਚੌਂਕ ਚੰਡੀਗੜ੍ਹ ਰੋਡ ਲੁਧਿਆਣਾ ਬਰੂਏ ਮੁਖਤਿਆਰਨਾਮਾ ਆਮ ਰਜਿਸਟਰਡ ਸੁਦਾ ਵਸੀਕਾ ਨੰਬਰ ਅੱਗੇ ਨੰਬਰ ਦਿੱਤਾ ਹੈ ਜੀ। ਤਾਰੀਖ ਇਹ ਦਿੱਤੀ ਹੈ ਸਬ ਰਜਿਸਟਰਾਰ ਸਾਹਿਬ ਲੁਧਿਆਣਾ ਰਾਹੀਂ ਕੰਪਨੀ ਵੱਲੋਂ ਸਾਹਿਲ ਕੁਮਾਰ ਪੁੱਤਰ ਅੱਗੇ ਸਾਹਿਲ ਕੁਮਾਰ ਜੋ GK ਸਟੇਟ ਦੇ ਗੁਲਸ਼ਨ ਕੁਮਾਰ ਨੇ ਉਹਨਾਂ ਦੇ ਪੁੱਤਰ ਦਾ ਨਾਮ ਹੈ ਸਾਹਿਲ ਕੁਮਾਰ ਵਾਸੀ ਐਡਰੈਸ ਲਿਖਿਆ ਹੈ ਜੀ ਨੂੰ ਮਤਾ ਮਿਤੀ ਅੱਗੇ 16/7/2013 ਰਾਹੀਂ ਬਾਇਨਤ ਦੀ ਜਾਇਦਾਦ ਬੈ ਕਰਨ ਦਾ ਹੱਕ ਹਾਸਲ ਹੈ ਦਾ ਬਾਇਆ ਹਾਂ। ਤਾਂ ਹੁਣ ਇਹ ਸਾਰਾ ਕੁਝ ਕੌਣ ਬੋਲ ਰਿਹਾ ਹੈ ਜੀ? ਸਰਦਾਰ ਗੁਰਬਚਨ ਸਿੰਘ ਜੀ ਇਹ ਸਾਰੀ ਗੱਲ ਕਹਿ ਰਹੇ ਨੇ। ਕਿਹੜੀ ਤਰੀਕ ਨੂੰ? 17 ਜੁਲਾਈ 2013 ਨੂੰ ਇਹ ਗੱਲ ਖੁਦ ਗੁਰਬਚਨ ਸਿੰਘ ਜੀ ਨੇ ਇਸ ਕਾਗਜ਼ ਦੇ ਮੁਤਾਬਕ ਕਹੀ ਹੈ। ਇਹ ਕਾਗਜ਼ ਜੋ GK ਸਟੇਟਸ ਵੱਲੋਂ ਜਾਰੀ ਕੀਤਾ ਗਿਆ ਜਾਂ ਪੇਸ਼ ਕੀਤਾ ਗਿਆ। ਹੈਰਾਨੀ ਵਾਲੀ ਗੱਲ 17 ਜੁਲਾਈ 2013 ਨੂੰ ਇਹ ਕਾਗਜ਼ ਜਾਰੀ ਕੀਤਾ ਗਿਆ ਤੇ ਇਸ ਦੇ ਵਿੱਚ ਖੁਦ ਗੁਰਬਚਨ ਸਿੰਘ ਜੀ ਇਸ ਕਾਗਜ਼ ਦੇ ਮੁਤਾਬਕ ਕਹਿ ਰਿਹਾ ਮੈਂ ਗੁਰਬਚਨ ਸਿੰਘ ਜੀ ਨੇ ਇਹ ਗੱਲ ਕਹੀ ਹੈ ਸਾਰਾ ਕੁਝ। ਪਰ ਜੋ ਇਹ ਡੈਥ ਸਰਟੀਫਿਕੇਟ ਕਹਿੰਦਾ ਹੈ ਸਰਕਾਰੀ ਦਸਤਾਵੇਜ਼ ਹੈ ਜੀ, ਕੋਈ ਘਰੋਂ ਬਣਾਇਆ ਹੋਇਆ ਦਸਤਾਵੇਜ਼ ਨਹੀਂ। ਸਰਕਾਰੀ ਦਸਤਾਵੇਜ਼ ਮੁਤਾਬਕ ਗੁਰਬਚਨ ਸਿੰਘ ਜੀ ਠੀਕ 2.25 ਸਾਲ ਪਹਿਲਾਂ ਹੀ ਮਰ ਚੁੱਕੇ ਨੇ। ਸਰ ਇਹ ਗੱਲ ਕਿਸੇ ਸਰਕਾਰੀ ਅਹੁਦੇਦਾਰ ਨੇ ਅਧਿਕਾਰੀ ਨੇ ਕਿਸੇ ਨੇ ਵੀ ਨਹੀਂ ਦੇਖੀ, ਕੋਈ ਜਾਂਚ ਪੜਤਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਸਾਰਿਆਂ ਕੋਲ ਡਾਕੂਮੈਂਟਸ ਹੈਗੇ ਜੀ। ਹਾਂਜੀ ਕਾਰਪੋਰੇਸ਼ਨ ਕੋਲ ਵੀ ਹੈਗੇ, ਪੁੱਡਾ ਕੋਲ ਵੀ ਹੈਗੇ, DC ਸਾਹਿਬ ਕੋਲ ਵੀ ਹੈਗੇ, ਫਿਰ ਕਿਸੇ ਨੇ ਆਬਜੈਕਸ਼ਨ ਕਿਉਂ ਨਹੀਂ ਕੀਤਾ? ਕਮਿਸ਼ਨਰ ਸਾਹਿਬ ਕੋਲ ਵੀ ਹੈਗੇ। ਫਿਰ ਕਿਸੇ ਨੇ ਆਬਜੈਕਸ਼ਨ ਕਿਉਂ ਨਹੀਂ ਕੀਤਾ? ਇਹ ਮਿਲੀ ਭੁਗਤ ਹੈ ਜੀ। ਗੁਲਸ਼ਨ ਕੁਮਾਰ ਦੀ ਪਹੁੰਚ ਹੈਗੀ ਹੈ, ਕਦੀ ਮੰਤਰੀ ਦੇ ਆ ਜਾਂਦੇ ਨੇ ਵਿੱਚ, ਕਦੀ ਜਿਹੜੇ ਵੀ ਜੋ ਪੋਲੀਟੀਕਲ ਇਹਨੂੰ ਸਪੋਰਟ ਮਿਲਦੀ ਹੈ ਪਲੱਸ ਔਰ ਜੋ ਵੀ ਤੁਸੀਂ ਕਹਿ ਸਕਦੇ ਹੋ ਹਾਂ ਜਿੰਨਾ ਵੀ ਜਿਹੜਾ ਇਹਦਾ ਹੈਗਾ ਇਹ ਉਹਨਾਂ ਵਰਤ ਰਿਹਾ ਉਸ ਚੀਜ਼ ਨੂੰ। ਦੇਖੋ ਜੀ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਜੋ ਸੇਵਾ ਉਹਨਾਂ ਦੇ ਨਾਂ 'ਤੇ ਜੋ ਸੇਵਾ ਲਾਈ ਗਈ, ਸਭ ਤੋਂ ਪਹਿਲੀ ਜਿਹੜੀ ਸੇਵਾ ਲਾਈ ਉਹ ਗੁਰਮੇਲ ਜੀ ਨੇ ਲਾਈ। ਉਸ ਤੋਂ ਬਾਅਦ ਜਿਹੜੀ ਸੇਵਾ ਲਾਈ ਉਹ ਸਰਦਾਰ ਜਸਵੰਤ ਸਿੰਘ ਜੀ ਨੇ ਲਾਈ। ਤੇ ਇਹ ਲਾਲਚੀ ਬਿਲਡਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਵਾਲੀ ਜ਼ਮੀਨ ਨੂੰ ਹੜਪਣ ਦੇ ਲਈ 2.25 ਸਾਲ ਪਹਿਲਾਂ ਮਰ ਚੁੱਕੇ ਇੱਕ ਜ਼ਿਮੀਂਦਾਰ ਨੂੰ ਕਬਰਾਂ ਦੇ ਵਿੱਚੋਂ ਕੱਢ ਕੇ ਲਿਆਇਆ। ਇਸ ਕਾਗਜ਼ 'ਤੇ ਉਸ ਜ਼ਮੀਂਦਾਰ ਵੱਲੋਂ ਜੋ ਗੱਲ ਉਹ ਛਪਵਾਈ ਵੀ ਗਈ। ਇਹ ਕਿਸ ਨੇ ਕਰਵਾਇਆ? GK ਸਟੇਟਸ ਦੇ ਮਾਲਕ ਨੇ। ਕਿਉਂ ਕਰਵਾਇਆ ਉਹ ਤੁਹਾਨੂੰ ਦੱਸਿਆ ਹੈ ਜੀ, ਜ਼ਮੀਨ ਦਾ ਰੌਲਾ। ਲੇਕਿਨ ਇਹ ਕਾਗਜ਼ ਬੜੀ ਹੈਰਾਨੀ ਵਾਲੀ ਗੱਲ ਹੈਗੀ ਹੈ ਕਿ ਕਿਸੇ ਵੀ ਸਰਕਾਰੀ ਅਹੁਦੇਦਾਰ ਨੇ ਇਹਨਾਂ ਕਾਗਜ਼ਾਂ ਵੱਲ ਤੱਥਾਂ ਵੱਲ ਗੌਰ ਨਹੀਂ ਕੀਤਾ। ਬੜੀ ਹੈਰਾਨੀ ਵਾਲੀ ਗੱਲ ਹੈ। ਤੇ ਉਸ ਤੋਂ ਬਾਅਦ ਜਦੋਂ ਇਹਨਾਂ ਵੱਲੋਂ ਦੇਖੋ ਤੁਹਾਨੂੰ ਓਰੀਜਨਲ ਡਾਕੂਮੈਂਟ ਅਸੀਂ ਦਿਖਾਏ, ਇਹਨਾਂ ਨੇ ਫਿਰ ਇੱਕ RTI ਪਾਈ ਤੇ RTI ਤੁਸੀਂ ਪਾਈ ਸੀ ਸਰ। RTI ਦੇ ਵਿੱਚ ਜਿਹੜੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਜੋ ਜ਼ਮੀਨ ਲਾਈ ਗਈ ਸੀ ਉਸ ਦਾ ਡਾਕੂਮੈਂਟ ਜਦੋਂ ਮੰਗਿਆ ਗਿਆ ਤਾਂ ਬੜੀ ਹੀ ਸਫਾਈ ਦੇ ਨਾਲ ਕਹਾਂਗੇ, ਕੈਮਰਾ ਪਰਸਨ ਨੂੰ ਕਹਾਂਗਾ ਇੱਕ ਵਾਰ ਸਰ ਤੁਸੀਂ ਇਹਦਾ ਓਰੀਜਨਲ ਵੀ ਦਿਖਾਓ ਜੀ, ਕਿੱਥੇ ਇੱਥੇ ਪਿਆ ਓਰੀਜਨਲ ਡਾਕੂਮੈਂਟ ਵੀ ਦਿਖਾਓ। ਬੜੀ ਹੀ ਸਫਾਈ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਜਿੱਥੇ ਥੱਲੇ ਹਸਤਾਖਰ ਕੀਤੇ ਗਏ ਸੀ, ਯਾਨੀ ਕਿ ਇਹਨਾਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਹਾਫ 'ਤੇ ਸਰਦਾਰ ਜਸਵੰਤ ਸਿੰਘ ਜੀ ਨੇ ਹਸਤਾਖਰ ਕੀਤੇ ਸੀ, ਸਾਈਨ ਕੀਤੇ ਸੀ। ਇਹ ਅਸਲੀ ਕਾਗਜ਼ਾਤ ਨੇ, ਓਰੀਜਨਲ ਕਾਗਜ਼ ਨੇ। ਤੇ ਬੜੀ ਹੀ ਚਲਾਕੀ ਦੇ ਨਾਲ ਹੁਣ ਇਹਨਾਂ ਦੇ ਸਾਈਨ ਜਿਹੜੇ ਨੇ ਜਸਵੰਤ ਸਿੰਘ ਜੀ ਦੇ ਉਹ ਗਾਇਬ ਕਰ ਦਿੱਤੇ ਗਏ। ਕੈਮਰਾ ਪਰਸਨ ਨੂੰ ਕਹਾਂਗਾ ਨਾਲੇ ਇਹ ਵੀ ਨਹੀਂ ਕੋਈ ਕਾਪੀ ਐਵੇਂ ਕਢਵਾਈ ਗਈ ਹੈ, ਥੱਲੇ ਸਰਟੀਫਾਈਡ ਕਾਪੀ ਹੈ। ਗੌਰ ਨਾਲ ਜੇ ਦੇਖੋ ਤੁਸੀਂ, ਕੈਮਰਾ ਪਰਸਨ ਨੂੰ ਕਹਾਂਗਾ ਗੌਰ ਨਾਲ ਜੇ ਦੇਖੋ, ਸਰਟੀਫਾਈਡ ਟਰੂ ਫੋਟੋਕਾਪੀ ਐਜ਼ ਪਰ ਰਿਕਾਰਡ ਸਬ ਰਜਿਸਟਰਾਰ ਲੁਧਿਆਣਾ ਈਸਟ ਵੱਲੋਂ ਸਾਈਨ ਕੀਤੀ ਗਈ ਕਾਪੀ ਹੈ ਜੀ। ਇੱਥੇ ਸਾਈਨ ਹੈਗੇ ਨੇ ਓਰੀਜਨਲ ਦੇ ਵਿੱਚ, ਪਰ ਜਿਹੜੀ RTI ਦੇ ਰਾਹੀਂ ਮੰਗੀ ਗਈ ਹੈ ਜੀ ਉਹਦੇ ਵਿੱਚ ਸਾਈਨ ਨਹੀਂ। ਸਰ ਇਹ ਕਿਹੜੀ ਤਰੀਕ ਨੂੰ ਤੁਸੀਂ ਇਹ RTI ਦੇ ਉੱਤੇ ਜਿਹੜੀ ਤੁਹਾਨੂੰ ਇਹ ਕਾਪੀ ਮਿਲੀ ਹੈ, ਕੋਈ ਤਰੀਕ ਦਾ ਇਸ ਦੇ ਉੱਤੇ ਵੇਰਵਾ ਦਿੱਤਾ ਗਿਆ ਹੈ ਜੀ? 15/5/2018 ਨੂੰ ਜੀ। 15/5/2018 ਨੂੰ। ਮਤਲਬ ਦੇਖੋ ਹੇਰਾ ਫੇਰੀ ਕਿੱਥੇ ਤੱਕ ਹੈ। ਜਿਹੜੀ ਅਸਲੀ ਕਾਗਜ਼ ਨੇ ਡੈਥ ਸਰਟੀਫਿਕੇਟ ਮਾਫ ਕਰਿਓ 19/5/2018 ਨੂੰ ਇਹ ਮਿਲੀ ਹੈ। ਸੁਵਿਧਾ ਸੈਂਟਰ ਦੀ ਸਟੈਂਪ ਵੀ ਇਸ ਕਾਗਜ਼ 'ਤੇ
ਸਰਟੀਫਾਈਡ ਕਾਪੀ ਤੇ ਲੱਗੀ ਹੋਈ ਹੈ, ਸੁਵਿਧਾ ਸੈਂਟਰ ਦੀ ਸਟੈਂਪ ਵੀ ਲੱਗੀ ਹੋਈ ਹੈ। ਦੇਖੋ ਗੌਰ ਦੇ ਨਾਲ ਇਸ ਪੂਰੇ ਕਾਗਜ਼ਾਤਾਂ ਨੂੰ ਦੇਖਿਓ, ਕਿਉਂਕਿ ਇਹ ਸਰਕਾਰੀ ਦਸਤਾਵੇਜ਼ ਨੇ, ਅਸੀਂ ਆਪਣੇ ਵੱਲੋਂ ਕੋਈ ਵੀ ਗੱਲ ਨਹੀਂ ਕਰ ਰਹੇ। ਗੱਲ ਸਿਰਫ ਇੰਨੀ ਕੁ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜ਼ਮੀਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲਣੀ ਚਾਹੀਦੀ ਹੈ, ਇੰਨਾ ਕੁ ਸਾਰਾ ਮੁੱਦਾ ਹੈ। ਪਰ ਉਸ ਜ਼ਮੀਨ ਨੂੰ ਹੜਪਣ ਦੇ ਲਈ ਕਿੰਨਾ ਕੁ ਡਰਾਮਾ ਰਚਿਆ ਗਿਆ, ਕਿੰਨਾ ਕੁ ਪੈਸਾ ਨਜਾਇਜ਼ ਤੌਰ ਤੇ ਚਾੜਿਆ ਗਿਆ ਹੋਵੇਗਾ, ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਤੇ ਇਹ ਸਿਰਫ ਇੱਕ ਕੰਮ ਨਹੀਂ ਵੀ ਉਸ ਜੀਕੇ ਸਟੇਟਸ ਵੱਲੋਂ ਜੋ ਗਲਤ ਕੰਮ ਕੀਤਾ ਗਿਆ ਹੋਵੇ, ਲੇਕਿਨ ਹੈਰਾਨੀ ਹੈ, ਜਦੋਂ ਮੈਂ ਪਹਿਲਾਂ ਵੀ ਕਿਹਾ ਕਿ ਡੈਥ ਸਰਟੀਫਿਕੇਟ ਕਿਸੇ ਨੇ ਦੇਖਿਆ ਹੀ ਨਹੀਂ, ਵੀ ਸਵਾ ਦੋ ਸਾਲ ਬਾਅਦ ਬਣਾ ਕੇ ਦੇ ਰਿਹਾ ਹੈ ਮਰੇ ਹੋਏ ਜ਼ਮੀਂਦਾਰ ਦੇ ਨਾਂ ਦਾ ਕਾਗਜ਼, ਉਹ ਕਿਸੇ ਨੇ ਦੇਖਿਆ ਹੀ ਨਹੀਂ। ਤੇ ਸਰ ਜ਼ਮੀਨ ਜਿਹੜੀ ਸੀਗੀ ਅਟਾਰਨੀ ਦੇ ਹਿਸਾਬ ਦੇ ਨਾਲ ਜੋ ਕਾਗਜ਼ਾਂ ਦੇ ਵਿੱਚ ਬੋਲਦੀ ਹੈ, ਉਹ ਕਿੰਨੀ ਕੁ ਜ਼ਮੀਨ ਸੀ? ਉਹ ਜ਼ਮੀਨ ਸੀਗੀ 6.95 ਏਕੜ, ਜੋ ਇਸ ਜੀਕੇ ਸਟੇਟਸ ਦੇ ਮਾਲਕ ਦੇ ਕੋਲ ਸੀ ਕਾਗਜ਼ਾਂ ਦੇ ਮੁਤਾਬਕ। ਜਿਹਦਾ ਐਗਰੀਮੈਂਟ ਹੋਇਆ ਸੀਗਾ ਕਿ ਵੀ ਇੰਨੇ 6.95 ਏਕੜ ਦੀ ਪੁੱਡਾ ਅਪਰੂਵਡ ਕਲੋਨੀ ਇਹਨੇ ਕੱਟਣੀ ਹੈ। 6.95 ਏਕੜ ਦੀ, ਫਿਰ 19 ਕੱਟਤੀ ਜੀ ਨੇ। ਇਹਨੇ 2005 ਵਿੱਚ ਇੱਕ ਡੀਸੀ ਸਾਹਿਬ ਨੇ ਐਸਡੀਐਮ ਸਾਹਿਬ ਤੋਂ ਸਰਵੇ ਕਰਾਇਆ ਸੀਗਾ ਜੀ, ਜਿਹੜਾ ਡਾਇਰੀ ਨੰਬਰ ਸੀਗਾ 920 ਜੀ, ਮਿਤੀ 25/2/2005। ਜੀ, ਇਸ ਡਾਕੂਮੈਂਟ ਦੇ ਅਕੋਰਡਿੰਗ ਉਸ ਵੇਲੇ ਇਸ ਬੰਦੇ ਨੇ 31.5 ਏਕੜ ਜ਼ਮੀਨ ਕੱਟਤੀ ਸੀ। 6.95 ਦੀ ਅਪਰੂਵਲ ਦੀ ਪਰਮਿਸ਼ਨ ਸੀ, ਦਾ ਲਾਇਸੈਂਸ ਸੀਗਾ, ਉਹਦੇ ਨਾਲ ਅਨਅਧਿਕਾਰਿਤ ਅਨਅਪਰੂਵਡ ਕਲੋਨੀ ਨਾਲ ਜੋੜ ਕੇ ਇਹਨੂੰ 31.5 ਏਕੜ ਕੱਟਦਾ, ਜਿਹਦੇ ਖਿਲਾਫ ਡੀਸੀ ਸਾਹਿਬ ਨੇ ਇਹਦੇ ਤੇ ਕਾਰਵਾਈ ਦੇ ਨੋਟ ਲਗਾਏ ਸੀਗੇ ਕਿ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ। ਇਹ 2005 ਦਾ ਹੈ। ਉਸ ਤੋਂ ਬਾਅਦ ਮਤਲਬ 2005 ਮਗੀ ਇਹ ਐਗਰੀਮੈਂਟ ਕਦੋਂ 2001 ਚ ਹੋਇਆ ਸੀ? 2000 ਚ ਹੋਇਆ ਸੀ ਐਗਰੀਮੈਂਟ, 2000 ਚ ਹੋਇਆ ਸੀਗਾ। 2000 ਚ ਹੋਇਆ ਸੀ ਤੇ 2005 ਤੱਕ ਇਸ ਬੰਦੇ ਨੇ 6.95 ਏਕੜ ਜਿਹੜੀ ਇਹਦੀ ਬਣਦੀ ਸੀਗੀ, ਅਪਰੂਵਡ ਸੀਗੀ, ਲਾਇਸੈਂਸਡ ਸੀਗੀ, ਤੇ ਉਸ ਤੋਂ ਵਧਾ ਕੇ 31.5 ਏਕੜ ਜ਼ਮੀਨ ਦੇ ਵਿੱਚ ਕਲੋਨੀਆਂ ਕੱਟ ਚੁੱਕਿਆ ਸੀ ਨਜਾਇਜ਼ ਤੌਰ ਤੇ। ਇਹਦੀ ਜਿਹੜੀ ਸ਼ਾਤਰ ਜਿਹੜਾ ਦਿਮਾਗ ਹੈ, ਉਹਦੀ ਇੱਕ ਵੱਡੀ ਐਗਜ਼ਾਮਪਲ ਹੈ ਕਿ ਇਹਦਾ ਲਾਇਸੈਂਸ 4 ਸਾਲ ਵਾਸਤੇ ਵੈਲਿਡ ਸੀਗਾ ਜੀ, ਜਿਹੜਾ ਇਹਨੇ ਪੁੱਡਾ ਤੋਂ ਲਿਆ ਸੀਗਾ, ਉਹ 4 ਸਾਲ ਵਾਸਤੇ ਵੈਲਿਡ ਸੀਗਾ। 4 ਸਾਲ ਤੋਂ ਬਾਅਦ ਇਹਨੇ ਉਹ ਲਾਇਸੈਂਸ ਰੀਨਿਊ ਕਰਾਉਣਾ ਸੀਗਾ, ਕਿਉਂਕਿ ਇਹ ਕਲੋਨੀ ਇਹਨੇ 4 ਸਾਲ 'ਚ ਪੂਰੀ ਨਹੀਂ ਕੀਤੀ ਡਿਵੈਲਪਮੈਂਟ। ਜੇ ਡਿਵੈਲਪ 4 ਸਾਲ 'ਚ ਕਰ ਲੈਂਦਾ, ਜਿਹੜਾ ਟਾਈਮ ਮਿਥਿਆ ਗਿਆ ਸੀਗਾ ਪੁੱਡਾ ਵੱਲੋਂ, ਫਿਰ ਇਹ ਹੈਂਡਓਵਰ ਕਾਰਪੋਰੇਸ਼ਨ ਨੂੰ ਜਾਂ ਪੁੱਡਾ ਨੂੰ ਹੋ ਜਾਂਦੀ। ਇਹਦਾ ਮੰਤਵ ਹੋਰ ਸੀ, ਇਹਦਾ ਸ਼ਰਾਰਤੀ ਦਿਮਾਗ, ਇਹਨੇ 2005 'ਚ ਇਹਨੂੰ 31 ਏਕੜ ਕੀਤਾ। 2013 ਵਿੱਚ ਫਿਰ ਪੁੱਡਾ ਨੇ ਇੱਕ ਸਰਵੇ ਕੀਤਾ, ਉਹਦੇ ਵਿੱਚ ਫਿਰ ਇਹਦੇ 'ਚ ਇਹੀ ਚੀਜ਼ਾਂ ਰਿਪੀਟ ਹੋ ਗਈਆਂ। ਇਹਨੇ ਹੋਰ 100 ਏਕੜ ਕਰ ਦਿੱਤੀ, 31 ਤੋਂ ਵਧਾ ਕੇ 100 ਏਕੜ 100 ਏਕੜ ਜੁੜ ਗਈ ਨਾਲ। 100 ਏਕੜ ਨਜਾਇਜ਼ ਜ਼ਮੀਨ ਫਿਲਹਾਲ ਅਜੇ ਫਿਰ ਵੀ ਵੱਧ ਰਿਹਾ, ਅਜੇ ਵੀ ਨਾਲ ਜੋੜੀ ਜਾ ਰਿਹਾ। ਨਹੀਂ, ਅਧਿਕਾਰੀ ਦੇਖ ਨਹੀਂ ਰਹੇ, ਪੁੱਡਾ ਵਾਲੇ ਦੇਖ ਨਹੀਂ ਰਹੇ, ਕੋਈ ਹੋਰ ਜਿਹੜੇ ਡਿਪਾਰਟਮੈਂਟਸ ਨੇ, ਰੈਵਨਿਊ ਵਾਲੇ ਹੋ ਗਏ ਜਾਂ ਹੋਰ ਹੋ ਗਏ, ਉਹਨਾਂ ਨੂੰ ਉਹ ਨਜ਼ਰ ਨਹੀਂ ਆ ਰਿਹਾ। ਇਹ ਤਾਂ ਹੁਣ ਦੇਖੋ ਜੀ, ਨਜ਼ਰ ਤਾਂ ਸਰਕਾਰ ਨੂੰ ਆਉਣਾ ਚਾਹੀਦਾ, ਕਾਰਪੋਰੇਸ਼ਨ ਨੂੰ ਆਉਣਾ ਚਾਹੀਦਾ। ਜੇ ਤੁਸੀਂ ਪੁੱਡਾ ਅਪਰੂਵਡ ਕਰਾਈ ਹੈ, ਉਹਦੇ 'ਚ ਸੀਵਰੇਜ ਹੈ, ਪਾਣੀ ਦੇ ਬਿੱਲ ਹੈ, ਸਾਰਾ ਜਿਹੜਾ ਜੇ ਰੈਵਨਿਊ ਕਾਰਪੋਰੇਸ਼ਨ ਨੂੰ ਆਉਣਾ ਹੈਗਾ ਜਾਂ ਸਰਕਾਰ ਨੂੰ ਆਉਣਾ, ਉਹ 2000 ਤੋਂ ਅੱਜ ਤੱਕ ਨਹੀਂ ਆਇਆ। ਸਰ ਨਹੀਂ ਹੋ ਸਕਦਾ ਕਿਸੇ ਦੀਆਂ ਜੇਬਾਂ ਦੇ ਵਿੱਚ ਰੈਵਨਿਊ ਜਾ ਰਿਹਾ ਹੋਵੇ, ਸਰਕਾਰ ਦੇ ਖਾਤੇ 'ਚ ਨਹੀਂ ਆਇਆ। ਮੈਂ ਉੱਥੇ ਦਾ ਰੈਜ਼ੀਡੈਂਟ ਹਾਂ ਜੀ, ਮੇਰੀ ਜੇਬ ਤੋਂ ਤਾਂ ਕੋਈ ਨਹੀਂ ਗਿਆ। ਮੈਂ ਜਦੋਂ ਸੀਵਰੇਜ ਜੋੜਿਆ, ਮੈਂ ਆਪਣੇ ਘਰ ਦਾ ਜਦੋਂ ਸੀਵਰੇਜ ਜੋੜਿਆ, ਉਹ ਮੈਂ ਪੈਨਲਟੀ ਭਰੀ ਹੈ। ਜਦੋਂ ਮੈਂ ਉਹਨਾਂ ਨੂੰ ਕਾਰਪੋਰੇਸ਼ਨ ਨੂੰ ਕਿਹਾ ਕਿ ਵੀ ਇਹ ਸੀਵਰੇਜ ਜੋੜੋ, ਉਹ ਕਹਿੰਦੇ ਜੀ ਤੁਸੀਂ ਸੀਵਰੇਜ ਨਹੀਂ ਜੋੜ ਸਕਦੇ, ਕਿਉਂਕਿ ਉੱਥੇ ਸੀਵਰੇਜ ਨਹੀਂ ਪਾਇਆ ਗਿਆ। ਨਹੀਂ, ਮੇਰਾ ਕਹਿੰਦਾ ਮਤਲਬ ਤੁਸੀਂ ਤਾਂ ਪੈਨਲਟੀ ਭਰਤੀ, ਕਿਉਂਕਿ ਤੁਸੀਂ ਕਨੈਕਸ਼ਨ ਲੈਣਾ ਸੀ ਸੀਵਰੇਜ ਦਾ। ਲੇਕਿਨ ਮੈਂ ਇਹ ਕਹਿ ਰਿਹਾ ਹਾਂ ਕਿ ਜਿਹੜੀ ਇਸ ਬਿਲਡਰ ਵੱਲੋਂ ਫੀਸ ਦਿੱਤੀ ਜਾਣੀ ਸੀ ਸੀਵਰੇਜ ਦੀ, ਮਤਲਬ ਉਹ ਤੁਸੀਂ ਕਹਿ ਰਹੇ ਹੋ ਸਰਕਾਰੀ ਖਾਤੇ ਵਿੱਚ ਨਹੀਂ ਗਈ। ਮੇਰਾ ਸਵਾਲ ਇਹ ਹੈ ਕਿ ਹੋ ਸਕਦਾ ਹੈ ਉਹ ਗਈ ਹੋਵੇ, ਲੇਕਿਨ ਕਿਸੇ ਦੀਆਂ ਜੇਬਾਂ ਦੇ ਵਿੱਚ ਗਈ ਹੋਵੇ। ਜੇਬਾਂ ਤਾਂ ਬਾਅਦ 'ਚ ਜਾ ਹੀ ਰਹੀਆਂ। ਜਿਹੜੀ ਪਹਿਲੇ ਸੀਵਰੇਜ ਪਾਉਣ ਲੱਗੇ, ਜਿਹੜੇ ਡਿਵੈਲਪਮੈਂਟ ਚਾਰਜਸ ਇਹਨੇ ਦੇਣੇ ਹੁੰਦੇ ਨੇ, ਇੰਟਰਨਲ ਡਿਵੈਲਪਮੈਂਟ ਚਾਰਜ ਇਹਨੇ ਐਕਸਟਰਨਲ ਪਾਰ ਦੇ ਦਿੱਤੇ ਹੋਣੇ ਆ, ਜਿਹੜੇ ਕਿ ਮੇਨ ਸੀਵਰੇਜ ਦੇ ਨੇ, ਬਟ ਜਿਹੜੇ ਅੰਦਰਲੇ ਸੀਵਰੇਜ ਪੈਣੇ ਸੀਗੇ ਉਹਦੇ ਐਕਸਟਰਨਲ ਡਿਵੈਲਪਮੈਂਟ ਚਾਰਜਸ ਇਹਨੇ ਪਾਣੇ ਸੀਗੇ। ਲੇਕਿਨ ਉਹਦਾ ਮਤਲਬ ਜੋ ਜੀਕੇ ਸਟੇਟ ਵਾਲੇ ਗੁਲਸ਼ਨ ਕੁਮਾਰ ਜੀ ਨਾਲ ਸਾਡੀ ਫੋਨ ਤੇ ਗੱਲ ਹੋਈ, ਹਾਲਾਂਕਿ ਕਾਗਜ਼ ਉਹਨਾਂ ਨੂੰ ਕਿਹਾ ਸੀ ਭੇਜਣ ਵਾਸਤੇ, ਹੁਣ ਤੱਕ ਭੇਜੇ ਨਹੀਂ। ਉਹਨਾਂ ਨੇ ਉਹਨਾਂ ਦੀ ਰਜਿਸਟਰੀ ਦੇ ਜਾਂ ਮਲਕੀਅਤ ਦੇ ਵੀ ਉਹਨਾਂ ਦੀ ਮਾਲਕੀ ਹੈਗੀ ਹੈ, ਤੇ ਉਹ ਤਾਂ ਕਹਿੰਦੇ ਨੇ ਮਾਲਕੀ ਮੇਰੀ ਹੈ। ਮਾਲਕੀ ਹੈਗੀ ਤਾਂ ਤੁਹਾਨੂੰ ਪ੍ਰੂਫ ਦੇ ਦੇਣ। ਸਾਡੇ ਕਾਗਜ਼ ਝੂਠੇ ਹੋਣਗੇ, ਲੇਕਿਨ ਸਾਡੇ ਵੀ ਸਰਕਾਰੀ ਡਾਕੂਮੈਂਟ ਨੇ। ਸਰਕਾਰ ਦੋ ਪਾਸੇ ਸੱਚੀ ਨਹੀਂ ਨਾ ਹੋ ਸਕਦੀ, ਜਾਂ ਤਾਂ ਗੁਲਸ਼ਨ ਕੁਮਾਰ ਨਾਲ ਸੱਚੀ ਹੋਊਗੀ ਜਾਂ ਸਾਡੇ ਡਾਕੂਮੈਂਟਸ ਨਾਲ ਸੱਚੀ ਹੋਊਗੀ। ਇਹ ਵੀ ਸਰਕਾਰੀ ਡਾਕੂਮੈਂਟ ਹੈ। ਅਸੀਂ ਕੋਈ ਆਪਣੇ, ਸਾਡਾ ਕੋਈ ਬਿਜ਼ਨਸ ਨਹੀਂ ਹੈ, ਅਸੀਂ ਕੋਈ ਬਿਲਡਰ ਨਹੀਂ ਹੈ, ਅਸੀਂ ਕੋਈ ਕੁਛ ਨਹੀਂ ਹੈ, ਅਸੀਂ ਸਿੰਪਲ ਰੈਜ਼ੀਡੈਂਟ ਹੈ। ਗੁਰੂ ਗ੍ਰੰਥ ਸਾਹਿਬ ਦਾ ਵੀ ਅਸੀਂ ਐਜ਼ ਅ ਰੈਜ਼ੀਡੈਂਟ ਗੁਰੂ ਗ੍ਰੰਥ ਸਾਹਿਬ ਦੀ ਡਿਮਾਂਡ ਕੀਤੀ ਸੀਗੀ ਕਿ ਵੀ ਗੁਰਦੁਆਰਾ ਸਾਹਿਬ ਦੀ, ਉੱਥੋਂ ਜ਼ਿਮੀਂਦਾਰ ਨੇ ਸਾਡੀ ਸੇਵਾ ਪ੍ਰਵਾਨ ਕੀਤੀ, ਸਾਡੀ ਬੇਨਤੀ ਪ੍ਰਵਾਨ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ। ਸਾਡਾ ਬਿਲਡਰ ਨਾਲ ਕੋਈ ਲੈਣਾ ਦੇਣਾ ਨਹੀਂ, ਸਾਡੇ ਇਸ ਬਿਜ਼ਨਸ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਹੁਣ ਬਿਲਡਰ ਦੀਆਂ ਜਿਹੜੀਆਂ ਖਾਮੀਆਂ ਨੇ, ਹੌਲੀ ਹੌਲੀ ਕਰਕੇ ਜਿੱਦਾਂ ਅਸੀਂ ਅੱਗੇ ਪ੍ਰੋਸੀਡ ਕਰ ਰਹੇ ਹਾਂ, ਚੀਜ਼ਾਂ ਅੱਗੇ ਨਿਕਲਦੀਆਂ ਆ ਰਹੀਆਂ। ਸਰ ਮੇਰੇ ਖਿਆਲ ਤੁਸੀਂ ਜਿਵੇਂ ਤੁਸੀਂ ਸੇਵਾ 3 ਲੱਖ ਤੋਂ ਜ਼ਿਆਦਾ ਤੁਸੀਂ ਸੇਵਾ ਪਾਈ ਹੈ, ਮੈਂ ਸੁਣਿਆ ਬਦਲੇ ਦੇ ਵਿੱਚ ਤੁਸੀਂ 7 ਦਿਨ ਜੇਲ੍ਹ ਵੀ ਕੱਟ ਕੇ ਆਏ ਹੋ। 7 ਦਿਨ 4 ਇਹਨੇ ਇਸੇ ਜਗ੍ਹਾ ਦੇ ਖਿਲਾਫ ਮੇਰੇ ਗੁਰਮੇਲ ਸਿੰਘ ਦੇ ਖਿਲਾਫ ਇਹ ਪਰਚਾ ਕੀਤਾ ਕਿ ਮੇਰੀ ਖਰੀਦੀ ਹੋਈ ਜਗ੍ਹਾ ਨੂੰ ਠੱਗੀ ਮਾਰ ਕੇ ਇਹਨਾਂ ਨੇ ਵੇਚਣ ਦੀ ਕੋਸ਼ਿਸ਼ ਕੀਤੀ। ਕਿਹਨੂੰ ਵੇਚਣ ਦੀ ਕੋਸ਼ਿਸ਼ ਕੀਤੀ? ਡੈਫੀਨੇਟਲੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੇਚ ਰਹੇ ਹਾਂ, ਜਦੋਂ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਹਿਬਾਨਾਮਾ ਹੋਇਆ, FIR ਦੇ ਵਿੱਚ ਇਹ ਗੱਲ ਲਿਖੀ ਗਈ ਹੈ, ਲਿਖੀ ਗਈ ਹੈ।
ਸਾਡੇ ਕੋਲ ਕਾਪੀ ਪਈ ਹੈ FIR ਦੀ ਇੱਥੇ। FIR ਦੀ ਕਾਪੀ ਪਈ ਹੈ, FIR ਨੰਬਰ ਹੈਗਾ। FIR ਦੀ ਕਾਪੀ ਦੇ ਵਿੱਚ ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਦੇਖੀਏ ਕਿ ਆਖਰ ਲਿਖਿਆ ਕੀ ਗਿਆ ਹੈ। FIR ਦੇ ਵਿੱਚ ਜਿਹੜੇ FIR ਨੰਬਰ 24 ਹੈ ਜੀ, 7/3/2014 ਨੂੰ ਆਹ ਧਾਰਾ ਲਾਈਆਂ ਗਈਆਂ। FIR ਨੰਬਰ 24 7/3/2014 ਆਹ ਧਾਰਾ ਲੱਗੀਆਂ। ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਇਹਦੇ ਵਿੱਚ ਕਿਤੇ ਹੈਗਾ ਵੀ ਉਹਨਾਂ ਨੂੰ ਵੇਚਣ? ਅੱਗੇ ਬਿਊਰਾ ਦਿੱਤਾ ਸਾਰਾ, Okay। ਜਿਹੜੇ ਦੇ ਨਾਮ ਤੇ ਹੈਗੇ ਇਹ ਹੈਗੇ ਜੀ। ਇਹ ਸਾਰੇ ਪੰਜਾਬੀ ਚ ਨੇ ਜੀ ਇਹ ਸਾਰੇ ਡਾਕੂਮੈਂਟ ਅੰਡਰਲਾਈਨ ਕੀਤੇ ਨੇ। ਇਹਦੇ ਚ ਗੁਰੂ ਗ੍ਰੰਥ ਸਾਹਿਬ ਦਾ ਵੇਰਵਾ ਇਹਨੇ ਦਿੱਤਾ ਹੋਇਆ ਜੀ। ਉਹ ਕਿੱਥੇ ਕੁ ਨੂੰ ਹੋ ਸਕਦਾ ਅਸੀਂ ਅਸੀਂ ਪੜ੍ਹ ਸਕਦੇ ਹਾਂ? ਤੁਸੀਂ ਮਾੜਾ ਜਿਹਾ ਜੀ ਪੜ੍ਹ ਕੇ ਸੁਣਾਓ ਕਿ ਆਖਰ ਕਿੱਥੇ ਜ਼ਿਕਰ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਲਿਖਿਆ ਕੀ ਗਿਆ ਹੈ ਉਹਨਾਂ ਬਾਰੇ। ਤੇ ਕਾਗਜ਼ਾਤ ਹੋਰ ਵੀ ਕਾਫੀ ਨੇ ਜੋ ਸਾਬਤ ਕਰਦੇ ਨੇ ਕਿ ਜੋ ਇਹ ਬਿਲਡਰ ਹੈ ਉਸ ਦੇ ਲਾਲਚ ਦੀ ਹੱਦ ਕਿੰਨੀ ਕੁ ਵਧੀ ਹੋਈ ਹੈ ਤੇ ਕਿੰਨੀ ਕੁ ਮਿਲੀ ਭੁਗਤ ਹੋਵੇਗੀ। ਜਿਹੜੇ ਕਾਗਜ਼ਾਂ ਦੇ ਪਹਿਲਾਂ ਸਾਈਨ ਹੈਗੇ ਨੇ, ਸਰਟੀਫਾਈਡ ਕਾਪੀ ਜਦੋਂ ਕਢਵਾਈ ਗਈ ਤਾਂ ਉਹਨਾਂ ਵਿੱਚ ਸਾਈਨ ਗਾਇਬ। ਤੇ ਤੁਹਾਨੂੰ ਹੋਰ ਵੀ ਦਸਤਾਵੇਜ਼ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਦਸਤਖਤ ਹੈਗੇ ਨੇ। ਉਸ ਬੰਦੇ ਦੇ ਵੀ ਹੈਗੇ ਨੇ ਜੋ ਬੰਦਾ ਜਿੰਦਾ ਹੀ ਨਹੀਂ, ਯਾਨੀ ਕਿ ਉਸ ਜ਼ਮੀਂਦਾਰ ਦੇ ਜੋ 2011 ਦੇ ਵਿੱਚ ਮੇਰੇ ਖਿਆਲ 'ਚ ਅਕਾਲ ਚਲਾਣਾ ਕਰ ਚੁੱਕਾ, ਉਸ ਦੇ ਦਸਤਖਤ ਹੈਗੇ ਨੇ ਤੇ ਹੋਰ ਕਿਸੇ ਦੇ ਨਹੀਂ। ਇਹਦੇ ਚ ਕਿ ਦਸਤਾਵੇਜ਼ ਹੈਗਾ ਜੀ। ਇਹਨੇ ਜਿਹੜੀ ਐਪਲੀਕੇਸ਼ਨ ਲਾਈ ਸੀ ਜਿਹਦੇ ਤੇ ਪਰਚਾ ਹੋਇਆ, ਉਹਦੇ ਚ ਇਹਨੇ ਲਿਖਿਆ ਗੁਰਬਚਨ ਸਿੰਘ ਵੱਲੋਂ ਖਰੀਦੇ ਗਏ ਸਾਰੇ ਰਕਬੇ ਦੀ ਵਿੱਚ ਤਕਰੀਬਨ 350 ਹਿੱਸੇ ਜਿਹਦਾ 2650 ਵਰਗ ਗਜ ਬਣਦਾ, ਬਕਾਇਆ ਰਸਤੇ ਅਤੇ ਪਾਰਕਾਂ ਵਿੱਚ ਰਾਹੀਂ ਮੁਖਤਿਆਰੇ ਆਮ ਪੁੱਡਾ ਦੇ ਰਿਕਾਰਡ ਵਿੱਚ ਲਗਾ ਦਿੱਤਾ ਸੀ ਜੀ। ਜਿਹੜਾ ਪੁੱਡਾ ਦਾ ਨਕਸ਼ਾ ਹੈਗਾ ਉਹਦੇ 'ਚ ਇਹਦਾ ਰਕਬਾ ਹੈਗਾ 12000 ਜੀ 12000 ਗਜ ਜੀ ਪਾਰਕਾਂ ਦਾ, ਰਸਤਿਆਂ ਦਾ। ਇਹ 2650 ਗਜ ਕਿੱਦਾਂ ਰਹਿ ਗਏ, ਜੀ ਜੋ ਕਿ 2001 'ਚ ਹੀ ਹੋ ਗਿਆ ਸੀ ਸਾਰਾ ਕੁਝ। ਵੰਡੇ ਗਏ ਸੀਗੇ, ਰਸਤੇ ਵੱਖਰੇ ਹੋ ਗਏ ਸੀ, ਪਾਰਕ ਵੱਖਰੇ ਹੋ ਗਏ ਸੀ। ਹੁਣ ਅਗਰ ਅੱਜ ਦੀ ਡੇਟ 'ਚ ਇਸ ਦੀ ਪੈਮਾਇਸ਼ ਕਰਾਈ ਜਾਵੇ, ਉਹ ਪਾਰਕ ਵੀ ਇਹਨੇ ਛੋਟੇ ਕੀਤੇ ਹੋਏ ਨੇ। ਉਹ ਵੀ ਪਾਰਕ ਦਾ ਹਿੱਸਾ ਵੀ ਇਹਨੇ ਪਲਾਟਾਂ 'ਚ ਲਗਾ ਕੇ ਜੋੜ ਕੇ ਵੇਚਿਆ ਹੋਇਆ। ਨਹੀਂ, FIR ਦੇ ਵਿੱਚ ਵੀ ਕਿਤੇ ਜ਼ਿਕਰ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ? ਮੇਰੇ ਖਿਆਲ 'ਚ ਕੁਝ ਉਹਦੇ ਵਿੱਚ ਲਿਖਿਆ ਗਿਆ ਸੀ FIR ਦੇ ਵਿੱਚ, ਜਿਹੜੀ FIR ਹੈਗੀ ਹੈ। FIR 'ਚ ਉਹਨਾਂ ਨੇ ਪੁਲਿਸ ਵਾਲਿਆਂ ਨੇ ਲਿਖਿਆ ਹੋਇਆ, ਬਟ ਉਹ ਲੈਂਗੁਏਜ ਜਿਹੜੀ ਹੈਗੀ ਥੋੜੀ ਟਿਪੀਕਲ ਹੈ, ਉਹਦੀ ਟ੍ਰਾਂਸਲੇਸ਼ਨ ਕਰਵਾ ਕੇ ਦੇਣੀ ਪਏਗੀ। ਓਕੇ। ਉਹਦੇ 'ਚ ਹੈਗਾ ਉਹਦੇ 'ਚ ਕਿੱਥੇ ਕਿਨੂੰ ਹੈਗਾ, ਕਿਤੇ ਅੰਡਰਲਾਈਨ ਕੀਤਾ ਗਿਆ ਉਹ ਕੁਝ ਪੱਖ? ਚਲੋ ਇਸ ਤੋਂ ਬਾਅਦ ਵੀ ਮੇਰੇ ਖਿਆਲ 'ਚ ਹੋਰ ਵੀ ਜਿਹੜੇ ਦਸਤਾਵੇਜ਼ ਨੇ ਉਹ ਤੁਹਾਨੂੰ ਪ੍ਰੋਵਾਈਡ ਕਰਾਂਗੇ। ਜਾਲੀ ਮੇਰੇ ਖਿਆਲ 'ਚ ਬਣਵਾਏ ਗਏ ਨੇ। ਇਹ ਕਿੱਥੇ ਤੁਸੀਂ ਹੋਰ ਦਿਖਾ ਰਹੇ ਸੀ, ਇਹਦੇ ਵਿੱਚ ਹੀ ਸ਼ਾਇਦ ਲੱਗਿਆ ਹੋਇਆ ਕਿਤੇ ਡਾਕੂਮੈਂਟ ਜਿਹਦੇ ਵਿੱਚ ਸਾਈਨ ਕਿਸੇ ਦੇ ਨਹੀਂ ਸਿਵਾਏ ਗੁਰਬਚਨ ਸਿੰਘ ਦੇ। ਹਾਂ, ਇਹ ਮੇਰੇ ਖਿਆਲ ਦੇ ਵਿੱਚ ਇਹ ਚੈੱਕ ਕਰੋ ਸਰ। ਇਹ ਦਸਤਾਵੇਜ਼ ਕੀ ਹੈ? ਜਿਹੜੇ ਇਹ ਕਹਿ ਰਹੇ ਨੇ, ਇਹਨੇ ਕਿਹਾ ਨਾ ਕਿ ਸੜਕਾਂ ਤੇ ਪਾਰਕਾਂ ਦੀ ਜਗ੍ਹਾ ਹੈਗੀ ਹੈ, ਰਾਖਵੀਂ ਰੱਖੀ ਗਈ ਸੀ। ਇਹ ਇੱਕ ਕਨਵੈਂਸ ਡੀਡ ਹੁੰਦੀ ਹੈ, ਟ੍ਰਾਂਸਫਰ ਡੀਡ, ਜਿਹੜੀ ਕਿ ਐਗਜ਼ੈਂਪਟਡ ਫਰੋਮ ਸਟੈਂਪ ਡਿਊਟੀ ਹੈ, ਜਿਹੜੀ ਕਾਰਪੋਰੇਸ਼ਨ ਨੂੰ ਟ੍ਰਾਂਸਫਰ ਕਰਨਾ ਹੁੰਦਾ ਏਰੀਆ। ਜਿਹੜਾ ਸੜਕਾਂ ਪਾਰਕਾਂ ਵਾਸਤੇ ਗ੍ਰੀਨ ਬੈਲਟ ਹੈਗੀ ਹੈ, ਜਾਂ ਜੋ ਵੀ ਚੀਜ਼ਾਂ ਰਾਖਵੀਆਂ ਨੇ, ਜਿਹੜਾ ਸ਼ਾਪਸ ਹੈ ਜਾਂ ਕਲੀਨਿਕ ਹੈ ਜਾਂ ਜੋ ਵੀ ਮਤਲਬ ਪੁੱਡਾ ਦੀ ਕੰਡੀਸ਼ਨ ਦੇ ਅਕੋਰਡਿੰਗ ਉਹ ਟ੍ਰਾਂਸਫਰ ਕਰਨੀ ਸੀ। ਇਹ ਡਾਕੂਮੈਂਟ ਇਹਨੇ ਟਾਈਪ ਕਰਾ ਲਿਆ, ਇਹਦੀ ਡੇਟ ਪਾਈ ਹੈ 19/9/2006। ਅੱਛਾ, ਮਤਲਬ ਕਿ ਗੁਰਬਚਨ ਸਿੰਘ ਜੀ ਦੀ ਮੌਤ ਤੋਂ ਪਹਿਲਾਂ ਦੀ ਹੈਗੀ ਹੈ ਇਹ? ਪਹਿਲਾਂ ਕਰ ਲਿਆ ਇਹਨੇ। ਲੇਕਿਨ ਇਹਦੇ 'ਚ ਇੱਕ ਬਹੁਤ ਲੇਕਿਨ ਇੱਥੇ ਜਦੋਂ ਖਰੀਦਦੇ ਆ ਸਟੈਂਪ ਪੇਪਰ ਤਾਂ ਇੱਥੇ ਪਿੱਛੇ ਡੇਟ ਹੁੰਦੀ ਹੈ। ਡੇਟ ਹੁੰਦੀ ਹੈ। ਹੁਣ ਇਹ ਪਤਾ ਨਹੀਂ ਜਾਲੀ ਦਾ ਡਾਕੂਮੈਂਟ ਹੁਣ ਕੀ ਇਹਨੇ ਬਾਅਦ 'ਚ ਜਿਹੜਾ ਲਾਇਆ, ਇਹਦੇ ਵਿੱਚ ਇਹਨੇ ਸਾਰਾ ਦਿੱਤਾ ਹੋਇਆ ਕਿ ਕਿਹੜੀ ਗਲੀ ਕਿੰਨੇ ਗਜ ਦੀ ਹੈ, ਕਿਹੜਾ ਨੰਬਰ ਹੈ, ਕਿਹੜੇ ਪਲਾਟ ਹੈ, ਕੀ ਹੈ ਰਕਬਾ, ਆ ਦਿੱਤਾ ਹੋਇਆ। ਠੀਕ ਹੈ। ਤੇ ਲੇਕਿਨ ਇਹਦੇ ਵਿੱਚ ਇਹ 2006 ਦਾ ਇਹ ਡਾਕੂਮੈਂਟ ਹੈਗਾ ਤੇ 2005 ਦੇ ਵਿੱਚ ਜਿਹੜੀ ਰਿਪੋਰਟ ਆਈ ਸੀ, 2005 ਦੇ ਵਿੱਚ ਜਿਹੜੀ ਰਿਪੋਰਟ ਆਈ ਸੀਗੀ ਉਹ 31.5 ਏਕੜ ਦੀ ਸੀਗੀ। 31.5 ਏਕੜ ਦਾ ਵੇਰਵਾ ਹੈ ਇਹਦੇ ਵਿੱਚ। ਹਾਂ, ਇਹ ਅਨਰਜਿਸਟਰਡ ਨਹੀਂ ਹੈ ਜੀ। ਇਹ ਅਨਰਜਿਸਟਰਡ ਹੈ, ਸੌਰੀ, ਇਹ ਰਜਿਸਟਰਡ ਨਹੀਂ ਹੈ ਡਾਕੂਮੈਂਟ ਹੈ। ਅੱਛਾ। ਇਹ ਇਹਨੇ ਆਪਣੇ ਸਿਰਫ ਟਾਈਪ ਕਰਾ ਲਿਆ ਦਿਖਾਉਣ ਵਾਸਤੇ ਅਫਸਰਾਂ ਨੂੰ। ਇਹਨੂੰ ਰਜਿਸਟਰਡ ਨਹੀਂ ਕਰਾਇਆ। ਉਹ ਕਿਵੇਂ? ਕਿਸੇ ਦੇ ਸਿਗਨੇਚਰ ਨਹੀਂ ਹੈ ਦਿੱਤੇ। ਅੱਛਾ। ਇਹਦੇ ਤੇ ਕਿਸੇ ਦੇ ਸਾਈਨ ਨਹੀਂ ਹੈ, ਨਾ ਕਾਰਪੋਰੇਸ਼ਨ ਦੇ ਸਟੇਟ ਅਫਸਰ ਦੇ ਸਾਈਨ ਹੈ। ਗੁਰਬਚਨ ਸਿੰਘ ਦੇ ਜਿਹੜੇ ਇਹਨੇ ਨਾਂ ਲਿਖਿਆ, ਇਹ ਗੁਰਬਚਨ ਸਿੰਘ ਦੇ ਸਾਈਨ ਨਹੀਂ ਹੈ। ਗੁਰਬਚਨ ਸਿੰਘ ਦੇ ਓਰੀਜਨਲ ਸਾਈਨ ਮੈਂ ਤੁਹਾਨੂੰ ਹੁਣ ਦਿਖਾਉਂਦਾ। ਅੱਛਾ, ਦੇਖੋ ਹੈਰਾਨੀ ਵਾਲੀ ਗੱਲ ਦੋਸਤੋ, ਇਸ ਕਾਗਜ਼ ਦੇ ਉੱਤੇ ਜਿਹੜਾ ਬੰਦਾ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਿਆ ਹੈ ਉਸ ਦੇ ਸਾਈਨ ਤਾਂ ਹੈ, ਲੇਕਿਨ ਜਿਹੜਾ ਮੌਜੂਦਾ ਅਧਿਕਾਰੀ ਨੇ, ਚਲੋ ਜੇ 2006 ਦੀ ਵੀ ਅਸੀਂ ਮੰਨੀਏ ਤਾਂ 2006 ਦੇ ਵਿੱਚ ਕਿਸੇ ਅਧਿਕਾਰੀ ਨੇ ਇਸ ਨੂੰ ਸਾਈਨ ਨਹੀਂ ਕੀਤਾ, ਅਟੈਸਟ ਨਹੀਂ ਕੀਤਾ। ਤੇ ਗੁਰਬਚਨ ਸਿੰਘ ਜੀ ਦੇ ਸਾਈਨ ਵੀ ਨੇ ਜਿਹੜੇ, ਤੁਹਾਨੂੰ ਉਹ ਵੀ ਦਿਖਾਵਾਂਗੇ ਵੀ ਸਾਈਨਾਂ ਦੇ ਨਾਲ ਕਿਵੇਂ ਹੇਰਾਫੇਰੀ ਵੀ ਕੀਤੀ ਗਈ ਹੈ। ਹੁਣ ਤੁਸੀਂ ਥੋੜ੍ਹੇ ਜਿਹੇ ਸਾਈਨ ਜਿਹੜੇ ਨੇ ਤੁਹਾਨੂੰ ਉਹ ਮੈਚ ਕਰਕੇ ਦਿਖਾਉਂਦੇ ਹਾਂ ਅਸੀਂ। ਗੜਬੜ ਦੇਖੋ। ਗੁਰਬਚਨ ਦੇ ਵਿੱਚ ਜੀ ਜਿਹੜਾ ਪਾਇਆ ਗਿਆ ਹੈ ਇੱਥੇ,
ਜੀ ਦੇਖੋ ਕਿਵੇਂ ਘੁਮਾ ਕੇ ਜੀ ਪਾਇਆ ਗਿਆ ਹੈ। ਬੀ ਤੁਸੀਂ ਦੇਖ ਸਕਦੇ ਹੋ। ਤਾਂ ਇੱਥੇ ਥੋੜ੍ਹਾ ਜਿਹਾ ਹੁਣ ਆ ਜਾਓ ਇਸ ਡਾਕੂਮੈਂਟ 'ਤੇ। ਇਹ ਜੀ ਕਿਵੇਂ ਪਾਇਆ ਹੈ ਅਤੇ ਬੀ ਕਿਵੇਂ ਪਾਇਆ ਹੈ। ਮਤਲਬ ਸਿੱਧੇ ਤੌਰ 'ਤੇ ਜਾਲੀ ਸਾਈਨ ਕੀਤੇ ਗਏ ਨੇ ਉਸ ਸ਼ਖਸ ਦੇ ਜੋ ਮਰ ਚੁੱਕਾ ਹੈ। ਹਾਲਾਂਕਿ ਇਹ ਜਿਹੜੇ ਡਾਕੂਮੈਂਟ ਬਣੇ ਨੇ 2006 ਦੇ ਵਿੱਚ, ਉਦੋਂ ਗੁਰਬਚਨ ਸਿੰਘ ਜੀ ਜਿਉਂਦੇ ਸੀ, ਪਰ ਇਸ ਡਾਕੂਮੈਂਟ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਡਾਕੂਮੈਂਟ ਉਹਨਾਂ ਦੀ ਮੌਤ ਤੋਂ ਬਾਅਦ ਤਿਆਰ ਕੀਤਾ ਗਿਆ ਹੈ। ਜਾਲੀ ਡਾਕੂਮੈਂਟ ਸਿਰਫ ਫੌਜਰੀ ਦਾ ਬਹੁਤ ਹੋ ਗਈ ਜੀ। ਪਹਿਲਾਂ ਦੇਖੋ ਇਹਨੇ ਆਪ ਫੌਜਰੀ ਕੀਤੀ ਹੈ, ਅਤੇ ਜਿਹੜੇ ਤੁਹਾਨੂੰ ਹੁਣ ਸਰਟੀਫਾਈਡ ਕਾਪੀ ਮਿਲੀ ਹੈ ਉਹਦੇ ਵਿੱਚ ਸਾਈਨ ਗਾਇਬ ਨੇ। ਇਹ ਸਰਕਾਰੀ ਬੰਦਿਆਂ ਨੇ ਫੌਜਰੀ ਕੀਤੀ ਹੈ। ਬਿਲਕੁਲ ਜੀ, ਇਹ ਰਲ ਮਿਲ ਕੇ ਹੁੰਦਾ ਜੀ ਸਾਰਾ ਕੁਝ। ਇਹ ਜੋ ਵੀ ਕੁਝ ਹੋ ਰਿਹਾ ਸਾਰਾ ਰਲ ਮਿਲ ਕੇ ਹੋ ਰਿਹਾ। ਸਰਕਾਰੀ ਸਾਰੇ ਡਾਕੂਮੈਂਟ ਸਰਕਾਰੀ ਨੇ, ਇਹ 'ਚ ਕੋਈ ਵੀ ਡਾਕੂਮੈਂਟ ਪ੍ਰਾਈਵੇਟ ਏਜੰਸੀ ਦਾ ਇਸ਼ੂ ਕੀਤਾ ਹੋਇਆ ਨਹੀਂ ਹੈ। ਸਰ ਇੰਨੀ ਹਨੇਰਗਰਦੀ ਮਤਲਬ ਫੈਲੀ ਹੋਈ ਹੈ ਇੱਥੇ, ਕਿਸੇ ਨੇ ਧਿਆਨ ਨਹੀਂ ਦਿੱਤਾ। ਅਸੀਂ 2008 ਤੋਂ ਲੜ ਰਹੇ ਹਾਂ, ਹਾਂ, ਸਰਕਾਰ ਨਾਲ ਵੀ ਲੜ ਰਹੇ ਹਾਂ, ਪ੍ਰਸ਼ਾਸਨ ਨਾਲ ਵੀ ਲੜ ਰਹੇ ਹਾਂ, ਸਾਰੇ ਬੰਦਿਆਂ ਨਾਲ ਵੀ ਲੜ ਰਹੇ ਹਾਂ। ਹਰ ਇੱਕ ਚੀਜ਼ ਦਾ ਅਸੀਂ ਸਾਹਮਣਾ ਕਰ ਰਹੇ ਹਾਂ। ਸਾਡੇ 'ਤੇ ਪਰਚੇ ਵੀ ਹੋਏ ਆ, ਸਾਨੂੰ ਧਮਕੀਆਂ ਵੀ ਆਈਆਂ, ਮਾਰਨ ਦੀਆਂ ਧਮਕੀਆਂ ਵੀ ਮਿਲੀਆਂ। 2 ਵਾਰੀ ਅਸੀਂ ਪੁਲਿਸ ਕੰਪਲੇਂਟ ਵੀ ਕੀਤੀ, ਸਾਨੂੰ ਰਸਤੇ 'ਚ ਘੇਰ ਕੇ ਰੋਕਿਆ ਗਿਆ। ਸਾਰੇ ਸਾਡੇ 'ਤੇ ਅਟੈਕ ਵੀ ਹੋਏ ਨੇ। ਉਹ ਕਮਿਸ਼ਨਰ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਹੋਈ ਹੈ, ਉਹਦੇ 'ਤੇ ਵੀ ਕੋਈ ਸੁਣਵਾਈ ਨਹੀਂ ਹੁੰਦੀ ਸਾਡੀ। ਅਸੀਂ ਜਿਹੜੇ ਵੀ ਡਿਪਾਰਟਮੈਂਟ ਦਿੰਦੇ ਸਾਰੀਆਂ ਐਪਲੀਕੇਸ਼ਨ ਸਾਡੀਆਂ ਦੱਬੀਆਂ ਹੋਈਆਂ। RTI UID ਨੰਬਰ ਲੱਗੇ ਹੋਏ ਨੇ, ਉਹਦੇ ਕੋਈ ਸਾਨੂੰ ਰਿਜ਼ਲਟ ਨਹੀਂ ਆਉਂਦਾ। ਸਰ ਅੱਛਾ, ਜਿਵੇਂ ਤੁਸੀਂ ਕਿਹਾ ਵੀ ਸਾਡੇ 6.95 ਏਕੜ ਦੀ ਜ਼ਮੀਨ ਦੀ ਗੱਲ ਸੀਗੀ, ਅਤੇ ਕਾਗਜ਼ਾਂ ਦੇ ਵਿੱਚ ਮਤਲਬ ਕਿ ਮਾਲਕੀ ਦੀ ਹੋਣੀ ਹੈ। ਵੈਸੇ ਇਹਨੇ ਹਾਲੇ ਤੱਕ ਕੋਈ ਡਾਕੂਮੈਂਟ ਸਾਨੂੰ ਦਿੱਤਾ ਨਹੀਂ ਹੈ, ਪਰ ਜਿਹੜੇ ਸਰਕਾਰੀ ਦਸਤਾਵੇਜ਼ ਇੱਥੇ ਪਏ ਨੇ ਇਹਦੇ ਵਿੱਚ ਕਿਤੇ ਹੈਗਾ ਹੈ ਵੀ ਮਾਲਕੀ ਕਿਹਦੀ ਸੀਗੀ? ਇੱਕ ਵੀ ਡਾਕੂਮੈਂਟ ਨਹੀਂ, ਕਿਹਦੀ ਮਾਲਕੀ ਸੀ? ਜਾਂ ਗੁਰਬਚਨ ਸਿੰਘ ਦੀ ਤੁਸੀਂ ਇੱਥੇ ਡਾਕੂਮੈਂਟ ਪਿਆ ਕੁਝ ਦਿਖਾ ਸਕਦੇ ਹੋ? ਹੁਣ ਵੀ ਲੇਟੈਸਟ ਜਿਹੜੀ ਹੈਗੀ ਉਹ ਵੀ ਮਾਲਕੀ ਗੁਰਬਚਨ ਸਿੰਘ ਦੀ ਆ ਰਹੀ ਹੈ ਜੀ। ਦੋਸਤੋ ਦੇਖੋ ਸਾਰੀ ਕਹਾਣੀ ਕਾਗਜ਼ਾਂ ਦੀ ਹੈਗੀ ਹੈ ਇਹ। ਹਾਲਾਂਕਿ ਇਹ ਜਿਹੜੀ ਇਨਸਾਫ ਦੀ ਲੜਾਈ ਹੈ, ਅਤੇ ਇਨਸਾਫ ਕਿਸ ਨੂੰ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਉਸ ਅਕਾਲ ਪੁਰਖ ਨੂੰ ਜੋ ਪੂਰੀ ਦੁਨੀਆ ਨੂੰ ਚਲਾਉਂਦੇ ਨੇ। ਪਰ ਬੜੇ ਬੇਗੈਰਤ ਲੋਕ ਨੇ ਜੋ ਆਪਣੇ ਲਾਲਚ ਦੇ ਲਈ ਉਹ ਜ਼ਮੀਨ ਵੀ ਦੱਬਣਾ ਚਾਹੁੰਦੇ ਨੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ। ਹੁਣ ਸਰਕਾਰੀ ਦਸਤਾਵੇਜ਼ ਤੁਹਾਨੂੰ ਦਿਖਾਵਾਂਗੇ। ਅਸਲ 2013 ਦੀ ਹੈਗੀ ਇਹ, ਅਤੇ ਇਹਦੇ 'ਚ ਕੀ ਲਿਖਿਆ ਹੈ? ਗੁਰਬਚਨ ਸਿੰਘ। ਇੱਕ ਤੁਸੀਂ ਮੈਨੂੰ ਹੋਰ ਦਿਖਾ ਰਹੇ ਸੀ, ਕੋਈ ਸਰਕਾਰੀ ਉਹ ਸੀਗਾ ਜਿਹਦੇ ਉੱਪਰ ਲਿਖਿਆ ਸੀਗਾ ਵੀ ਮਾਲਕੀ ਨਹੀਂ, ਜਿਹੜਾ ਬਿਲਡਰ ਹੈਗਾ ਉਹਦੀ ਮਾਲਕੀ ਨਹੀਂ। ਮੈਨੂੰ ਉਹ ਕਾਗਜ਼ ਵੀ ਦਿਖਾਓ, ਮੈਨੂੰ ਨਹੀਂ, ਉਹ ਦਰਸ਼ਕਾਂ ਨੂੰ ਦਿਖਾਓ। ਉਹ ਦਰਸ਼ਕਾਂ ਨੂੰ ਕਾਗਜ਼ ਵੀ ਦਿਖਾਓ ਤਾਂ ਜੋ ਪਤਾ ਲੱਗੇ ਵੀ ਜਿਹੜਾ ਐਗਰੀਮੈਂਟ ਹੋਇਆ ਵੀ ਸੀ 6.95 ਏਕੜ ਦਾ, ਜਿਹੜਾ ਬਾਈ ਰੂਲ ਹੁੰਦਾ। ਜਿਵੇਂ ਕੋਈ ਹੁਣ ਬਿਲਡਰ ਜ਼ਮੀਨਦਾਰ ਕੋਲੋਂ ਪ੍ਰਾਪਰਟੀ ਲੈ ਰਿਹਾ ਅਤੇ ਉਹ ਬਿਲਡ ਕਰਕੇ ਵੇਚ ਰਿਹਾ, ਅਤੇ ਉਹ ਮਾਲਕੀ ਪਹਿਲਾਂ ਉਸ ਬਿਲਡਰ ਨੂੰ ਆਪਣੇ 'ਤੇ ਲੈਣੀ ਪੈਣੀ ਹੈ ਜੀ, ਜੋ ਰੂਲ ਕਹਿੰਦਾ ਜੀ। ਇਹ ਪੰਜਾਬ ਸਰਕਾਰ ਦਾ ਇੱਕ ਹੋਰ ਸਰਕਾਰੀ ਦਸਤਾਵੇਜ਼ ਦੇਖੋ ਤੁਸੀਂ, ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ ਜੀ। ਇਹ ਡਾਕੂਮੈਂਟ ਜੀ, ਇਹ ਡਾਕੂਮੈਂਟ 2000 ਦਾ ਹੈ ਜੀ। ਜੀ, 30/1/2001 ਦਾ। ਠੀਕ ਹੈ ਜੀ। ਇਹਦੇ 'ਤੇ ਮਤਲਬ ਗੁਰਬਚਨ ਸਿੰਘ ਜੀ ਉਦੋਂ ਜਿਉਂਦੇ ਸੀ ਜੀ। ਉਸ ਵੇਲੇ ਪਹਿਲਾ ਕਾਲਮ ਹੀ ਲਿਖਿਆ ਹੋਇਆ, ਪਹਿਲਾ ਪ੍ਰਮੋਟਰ ਦੀ ਮਾਲਕੀ ਭੋ, ਹਾਂ, ਜਿਹਨੂੰ ਖਰੀਦੀ ਕਹਿੰਦੇ ਆਪਾਂ, ਕੋਈ ਨਹੀਂ। ਮਤਲਬ ਕਿ ਪ੍ਰਮੋਟਰ ਮਤਲਬ ਕਿ ਇੱਥੇ ਦੋਸਤੋ ਬਿਲਡਰ ਹੋ ਗਿਆ ਜੀ। ਬਿਲਡਰ ਦੀ ਮਾਲਕੀ ਭੌਂ ਮਤਲਬ ਜ਼ਮੀਨ। ਪ੍ਰਮੋਟਰ ਦੀ ਮਾਲਕੀ ਭੌਂ ਕਿਹੜੀ ਹੈਗੀ ਹੈ ਜੀ? ਕੋਈ ਵੀ ਨਹੀਂ, ਕੋਈ ਨਹੀਂ। ਮੋਟੇ ਅੱਖਰਾਂ ਦੇ ਵਿੱਚ ਲਿਖਿਆ ਗਿਆ ਹੈ ਜੀ, ਕੋਈ ਨਹੀਂ। ਅਤੇ ਇਹ ਕਾਗਜ਼ ਜਿਹੜਾ ਹੈਗਾ ਜੀ ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ ਵੱਲੋਂ ਜਾਰੀ ਕੀਤਾ ਗਿਆ ਹੈ। ਸਰਕਾਰੀ ਦਸਤਾਵੇਜ਼ ਹੈ ਜੀ ਇਹ। ਅਤੇ ਠੀਕ ਹੈ ਸਰ। ਅਤੇ ਇਹਦੇ ਵਿੱਚ ਇੱਕ ਚੀਜ਼ ਹੋਰ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਨੇੜੇ ਆ ਕੇ ਦਿਖਾਵੇ ਕਿ ਆਊਟ ਪਲਾਨ ਦਾ ਰਕਬਾ ਕਿੰਨਾ ਹੈਗਾ, ਲੇਆਊਟ ਪਲਾਨ ਜਿਹੜਾ ਹੈਗਾ ਉਹਦਾ ਰਕਬਾ ਕਿੰਨਾ ਹੈਗਾ ਜੀ? ਇਹ 6.95 ਏਕੜ 6.95 ਏਕੜ ਇਹ ਦੱਸਿਆ ਗਿਆ ਹੈ। ਅਤੇ ਸਰ 6.95 ਏਕੜ ਹੈਗਾ ਹੈ 2001 ਦੇ ਵਿੱਚ ਦੱਸਿਆ ਗਿਆ ਹੈ, ਅਤੇ ਮਾਲਕੀ ਕੋਈ ਨਹੀਂ। ਜੋ ਸਾਡੇ ਕੋਲ ਦਸਤਾਵੇਜ਼ ਹੈ GK ਸਟੇਟਸ ਵਾਲੇ ਦੀ, ਗੁਲਸ਼ਨ ਕੁਮਾਰ ਦੀ ਮਾਲਕੀ ਕੋਈ ਨਹੀਂ ਹੈਗੀ। 2005 ਦੇ ਵਿੱਚ ਇਹ ਰਕਬਾ ਵੱਧ ਕੇ ਨਜਾਇਜ਼ ਤੌਰ 'ਤੇ 6.95 ਏਕੜ ਤੋਂ 31.5 ਏਕੜ ਹੋ ਜਾਂਦਾ ਹੈ। ਅਸੀਂ ਨਹੀਂ ਕਹਿ ਰਹੇ, ਇਹ DC ਸਾਹਿਬ ਦਾ ਇਹ ਕਾਗਜ਼ ਕਹਿ ਰਿਹਾ ਹੈ, ਸਰਕਾਰੀ ਦਸਤਾਵੇਜ਼ ਨੇ ਜੀ। ਇਹ DC ਸਾਹਿਬ ਦਾ ਕਾਗਜ਼ ਕਹਿ ਰਿਹਾ। ਹੁਣ ਇੰਨੀ ਸਾਡੇ ਮਾਫ ਕਰਿਓ 6.95 ਏਕੜ ਤੋਂ 31.5 ਏਕੜ ਤੱਕ ਇਲੀਗਲ ਤੌਰ 'ਤੇ ਬੰਦੇ ਨੇ ਬਣਾਈ, ਕਿਸੇ ਦੀ ਨਜ਼ਰ ਨਹੀਂ ਪਈ, ਜਾਂ ਫਿਰ ਨਜ਼ਰਾਂ ਦੇ ਉੱਤੇ ਨੋਟਾਂ ਦੀ ਚਾਦਰ ਵਿਛਾ ਦਿੱਤੀ ਗਈ ਸੀ।
ਇਹ ਵੱਡਾ ਸਵਾਲ ਹੈ। ਕੰਮ ਇੱਥੇ ਵੀ ਨਹੀਂ ਰੁਕਿਆ, ਕੰਮ 100 ਏਕੜ ਦੇ ਲਾਗੇ ਵੀ ਜਾ ਲੱਗਾ ਇਲੀਗਲੀ, ਗੈਰ ਕਾਨੂੰਨੀ ਤੌਰ ਤੇ। ਪਤਾ ਫਿਰ ਵੀ ਨਹੀਂ ਲੱਗਾ, ਪਤਾ ਨਹੀਂ, ਸਮਝ ਨਹੀਂ ਆਉਂਦੀ ਵੀ ਲੋਕ, ਸਰਕਾਰਾਂ, ਮਹਿਕਮਾ ਸੁੱਤਾ ਪਿਆ ਹੈ ਜਾਂ ਫਿਰ ਨਹੀਂ। ਇਹ ਕਾਗਜ਼ਾਤ ਜੋ ਤੁਹਾਨੂੰ ਦਿਖਾ ਰਹੇ ਹਾਂ ਅਸੀਂ, ਇਹ ਸਰਕਾਰੀ ਨੇ ਸਾਰੇ, ਤੇ ਇਹ ਸਰਕਾਰੀ ਅਹੁਦੇਦਾਰਾਂ ਨੇ ਕਾਗਜ਼ ਕਿਉਂ ਨਹੀਂ ਦੇਖੇ? ਸਰ ਇਹਦੇ 'ਚ ਤਾਂ ਮਾਲਕੀ ਉਹਦੀ ਕੋਈ ਵੀ ਨਹੀਂ, ਫਿਰ ਉਹ ਕਿਵੇਂ ਕਹਿੰਦਾ ਕਿ ਮੇਰੀ ਮਾਲਕੀ ਹੈ? ਹੁਣ ਮਾਲਕੀ ਜੇ ਤੁਹਾਨੂੰ ਕਹਿ ਰਿਹਾ ਕਿ ਮੇਰੇ ਕੋਲ ਮਾਲਕੀ ਹੈਗੀ ਤਾਂ ਸਰ ਮਾਲਕੀ ਦੇ ਸਬੂਤ ਲੈ ਲਓ ਉੱਥੋਂ। ਉਹ ਤੁਹਾਨੂੰ ਸਬੂਤ ਦੇਣੇ ਬਣਦੇ ਨਹੀਂ, ਉਹਦਾ ਰਾਈਟ ਹੈ ਕਿ ਉਹ ਤੁਹਾਨੂੰ ਮਾਲਕੀ ਦਿਖਾਵੇ। ਕਿਉਂਕਿ ਸਾਡੇ ਕੋਲ ਤਾਂ ਅਜੇ ਤੱਕ 10 ਸਾਲ ਹੋ ਗਏ ਸਟਰਗਲ ਕਰਦੇ ਨੂੰ, ਸਾਡੇ ਕੋਲ ਤਾਂ ਕੋਈ ਮਾਲਕੀ ਦਾ ਡਾਕੂਮੈਂਟ ਅਜੇ ਤੱਕ ਆਇਆ ਨਹੀਂ, ਕੋਈ ਮਾਲਕੀ ਦਾ ਪ੍ਰੂਫ ਨਹੀਂ ਆਇਆ ਜੀ। ਸਰਵੇ ਹੋ ਰਹੇ ਨੇ, 2013 'ਚ ਵੀ ਪੁੱਡਾ ਨੇ ਸਰਵੇ ਕੀਤਾ, ਉਦੋਂ ਵੀ ਇਹਨੇ ਮਾਲਕੀ ਨਹੀਂ ਦਿੱਤੀ। ਸਟਿਲ ਹੁਣ ਅੱਗੇ ਵੀ ਚੱਲ ਰਹੀਆਂ ਕਾਰਵਾਈਆਂ, ਜਿਹੜੀ ਇਨਕੁਆਇਰੀ ਹੁੰਦੀ ਹੈ ਉਹ ਅਫਸਰ ਜਾਂ ਤਾਂ ਦਬ ਲੈਂਦੇ ਨੇ, ਜਾਂ ਉਹਦੇ 'ਚ ਅਗਰ ਇਨਕੁਆਇਰੀ ਆਉਂਦੀ ਤਾਂ ਇਹਦੀ ਮਾਲਕੀ ਕੋਈ ਨਹੀਂ ਆਉਂਦੀ। ਸਾਡੇ ਨਾਲ ਫੋਨ ਤੇ ਗੱਲ ਹੋਈ ਗੁਲਸ਼ਨ ਕੁਮਾਰ ਜੀ ਦੀ। ਸਭ ਤੋਂ ਪਹਿਲਾਂ ਅਸੀਂ ਸਾਹਿਲ ਕੁਮਾਰ ਨੂੰ ਫੋਨ ਕੀਤਾ, ਕਿਉਂਕਿ ਜਿਹੜਾ ਗੁਰਬਚਨ ਸਿੰਘ ਜੀ ਦੀ ਮੌਤ ਤੋਂ ਬਾਅਦ ਜੋ ਦਸਤਾਵੇਜ਼ ਇੱਕ ਬਣਵਾਇਆ ਗਿਆ ਸੀ 2 ਸਾਲ, ਸਵਾ 2 ਸਾਲ ਤੋਂ ਬਾਅਦ, ਉਹਦੇ ਵਿੱਚ ਆਥੋਰਾਈਜ਼ ਕੀਤਾ ਗਿਆ ਸੀ ਸਾਹਿਲ ਕੁਮਾਰ ਨੂੰ, ਜੋ ਕਿ ਗੁਲਸ਼ਨ ਕੁਮਾਰ ਦਾ ਬੇਟਾ ਹੈ, ਬੋਰਡ ਆਫ ਡਾਇਰੈਕਟਰਸ ਵੱਲੋਂ ਜੀਕੇ ਸਟੇਟਸ ਦੇ। ਤੇ ਸਾਹਿਲ ਨੂੰ ਅਸੀਂ ਫੋਨ ਕੀਤਾ, ਸਾਹਿਲ ਨੂੰ 2 ਵਾਰ ਫੋਨ ਕੀਤਾ, ਫੋਨ ਨਹੀਂ ਚੱਕਿਆ। ਫਿਰ ਅਸੀਂ ਸੋਚਿਆ ਕਿਉਂ ਨਾ ਉਸਦੇ ਫਾਦਰ ਸਾਹਿਬ ਨੂੰ, ਜੋ ਕਰਤਾ ਧਰਤਾ ਨੇ ਗੁਲਸ਼ਨ ਕੁਮਾਰ, ਉਹਨਾਂ ਨੂੰ ਫੋਨ ਕੀਤਾ ਜਾਵੇ। ਅਸੀਂ ਫੋਨ ਕੀਤਾ, ਇੱਕ ਵਾਰ ਫੋਨ ਕੀਤਾ, ਗਰਮਾ ਗਰਮੀ ਥੋੜੀ ਜਿਹੀ ਹੋਈ, ਉਹਨਾਂ ਨੇ ਸਵਾਲ ਨਹੀਂ ਸੁਣੇ ਤੇ ਫੋਨ ਕੱਟਤਾ। ਦੁਬਾਰਾ ਕੀਤਾ, ਮੇਰਾ ਸਿਰਫ ਇੱਕੋ ਹੀ ਸਵਾਲ ਸੀ ਵੀ ਜਿਹੜੀ ਤੁਸੀਂ 6.95 ਏਕੜ ਜਿਹੜੀ ਜ਼ਮੀਨ ਹੈਗੀ ਹੈ, ਉਸ ਦੀ ਮਾਲਕੀ ਦੇ ਦਸਤਾਵੇਜ਼ ਤੁਸੀਂ ਜੇ ਦਿਖਾ ਸਕਦੇ ਹੋ, ਕਿਉਂਕਿ ਅਸੀਂ ਖਬਰ ਚਲਾਉਣੀ ਹੈ, ਤਾਂ ਤੁਸੀਂ ਦਿਖਾਓ। ਉਹ ਕਹਿੰਦੇ ਜੇ ਸਾਡੇ ਕੋਲ ਮਾਲਕੀ ਹੈ, ਰਜਿਸਟਰੀ ਹੈਗੀ ਹੈ। ਮੈਂ ਕਿਹਾ ਦਿਖਾਓ, ਉਹਨਾਂ ਨੇ ਨਹੀਂ ਦਿਖਾਇਆ। ਤੇ ਤਾਂ ਜੋ ਉਹ ਕੱਲ੍ਹ ਨੂੰ ਇਹ ਨਾ ਕਹਿਣ ਕਿ ਅਸੀਂ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਜਾਂ ਪੁੱਛਿਆ ਨਹੀਂ। ਅਸੀਂ ਲਿਖਤੀ ਤੌਰ ਤੇ ਇੱਕ ਮੈਸੇਜ ਵੀ ਉਹਨਾਂ ਨੂੰ ਮੈਂ ਘੱਲਿਆ, ਤਾਂ ਜੋ ਉਹ ਕੱਲ੍ਹ ਨੂੰ ਇਹ ਨਾ ਕਹਿਣ ਕਿ ਸਾਨੂੰ ਪੁੱਛਿਆ ਨਹੀਂ। ਅਸੀਂ ਫੋਨ 2 ਵਾਰ ਸਾਹਿਲ ਨੂੰ ਕੀਤੇ, 2 ਵਾਰ ਅਸੀਂ ਫੋਨ ਗੁਲਸ਼ਨ ਕੁਮਾਰ ਜੀ ਨੂੰ ਕੀਤੇ, ਸੁਨੇਹਾ ਵੀ ਛੱਡਿਆ, ਪਰ ਸਿਵਾਏ ਹਵਾਈ ਗੱਲਾਂ ਤੋਂ ਵੀ ਸਾਡੇ ਕੋਲ ਕਾਗਜ਼ ਨੇ, ਰਜਿਸਟਰੀ ਹੈ, ਕੋਈ ਜਵਾਬ ਤੱਥਾਂ ਦੇ ਆਧਾਰ 'ਤੇ ਜੋ ਤੁਹਾਨੂੰ ਅਸੀਂ ਤੱਥ ਦਿਖਾ ਰਹੇ ਹਾਂ ਸਰਕਾਰੀ, ਉਹ ਨਹੀਂ ਆਇਆ। ਸਿਰਫ ਇਹੀ ਨਹੀਂ, ਕਈ ਵਾਰ ਬੰਦਾ WhatsApp ਨਹੀਂ ਵੀ ਚੈੱਕ ਕਰਦਾ। ਅਸੀਂ ਫਿਰ ਇੱਕ ਨਾਰਮਲ ਮੈਸੇਜ ਵੀ ਘੱਲਿਆ। ਉਹ ਮੈਸੇਜ ਵਿੱਚ ਲਿਖਿਆ ਉਹੀ ਹੈ ਜੋ ਕੁਝ ਮੈਂ ਪਹਿਲਾਂ ਲਿਖਿਆ ਸੀ, ਉਹੀ ਗੱਲਾਂ ਲਿਖੀਆਂ ਨੇ, ਪਰ ਜਨਾਬ ਗੁਲਸ਼ਨ ਕੁਮਾਰ ਜੀ ਦਾ ਜੀਕੇ ਸਟੇਟਸ ਵਾਲਿਆਂ ਦਾ ਕੋਈ ਜਵਾਬ ਨਹੀਂ ਆਇਆ। ਹੁਣ ਅਸੀਂ ਕੀ ਸਮਝੀਏ? ਪਰ ਹੈਰਾਨੀ ਵਾਲੀ ਗੱਲ ਹੈ ਸਰ, ਇੰਨੇ ਲੰਮੇ ਅਰਸੇ ਤੋਂ ਇਹ ਮਾਮਲਾ ਚੱਲ ਰਿਹਾ ਹੈ, ਕਿਸੇ ਵੀ ਅਧਿਕਾਰੀ ਨੇ ਉਹਨਾਂ ਕੋਲੋਂ ਮਾਲਕੀ ਵਾਲਾ ਕਾਗਜ਼ ਮੰਗਿਆ ਹੀ ਨਹੀਂ। ਇਹ ਤਾਂ ਹੁਣ ਇਹਨਾਂ ਦੀ ਆਪਸੀ ਮਿਲੀ ਭੁਗਤ ਹੈ ਸਰ, ਕਿਉਂਕਿ ਅਸੀਂ ਉਹਦੇ 'ਚ ਦਖਲਅੰਦਾਜ਼ੀ ਨਹੀਂ ਕਰ ਸਕਦੇ ਨਾ। ਹਾਂ, ਕਿਉਂਕਿ ਸਾਡੇ ਤੇ ਆਲਰੇਡੀ ਪਰਚਾ ਹੋਇਆ, ਅਸੀਂ ਬੇਲ 'ਤੇ ਹਾਂ। ਕੱਲ੍ਹ ਨੂੰ ਸਾਡੇ ਖਿਲਾਫ ਹੋਰ ਵੀ ਕੁਝ ਇਹ ਕਰ ਸਕਦਾ, ਐਕਸ਼ਨ ਹੋ ਸਕਦਾ। ਅਸੀਂ ਕਿਸੇ ਅਫਸਰ ਕੋਲ ਜਾ ਕੇ ਅਪਰੋਚ ਕਰਦੇ ਹਾਂ, ਸਾਡੇ ਤੇ ਪਹਿਲੇ ਹੀ ਇਹ ਚੀਜ਼ਾਂ ਹੋ ਚੁੱਕੀਆਂ ਜੋ ਨਹੀਂ ਸੀ ਹੋਣੀਆਂ ਚਾਹੀਦੀਆਂ, ਜਿਹਦਾ ਸਾਡਾ ਕੋਈ ਬਣਦਾ ਹੀ ਨਹੀਂ ਸੀਗਾ ਕਿਸ ਚੀਜ਼ ਦਾ, ਉਹ ਇੰਨਾ ਵੱਡਾ ਉਹ ਹੋ ਗਿਆ ਪਰਚਾ। ਤੇ ਅਸੀਂ ਹੁਣ ਇਸ ਚੀਜ਼ ਤੋਂ ਅਵੋਇਡ ਕਰਦੇ, ਕਿਉਂਕਿ ਸਾਡੇ ਕੋਲ ਕਾਗਜ਼ ਨੇ। ਅਸੀਂ ਜਿੱਥੇ ਵੀ ਅਫਸਰਾਂ ਦੀ ਕੋਈ ਇਨਕੁਆਇਰੀ ਲੱਗਦੀ ਹੈ, ਉੱਥੇ ਕਾਗਜ਼ ਸਾਰੇ ਦਿਖਾਉਂਦੇ ਹਾਂ, ਸਭ ਦੀ ਕਾਪੀ ਭੇਜਦੇ ਹਾਂ। ਮੀਡੀਆ 'ਚ ਵੀ ਅਸੀਂ ਕਈ ਵਾਰੀ ਇਹ ਕਰ ਚੁੱਕੇ ਹਾਂ। ਜਿੱਥੇ ਵੀ ਸਾਨੂੰ ਕੋਈ ਰਸਤਾ ਦਿਖਦਾ ਹੈ, ਅਸੀਂ ਉੱਥੇ ਇਹ ਡਾਕੂਮੈਂਟਸ ਦੇ ਆਧਾਰ 'ਤੇ ਹੀ ਗੱਲ ਕਰਦੇ ਹਾਂ। ਬਟ ਇਹ ਸਾਰੇ ਅਫਸਰ ਦੇਖਦੇ ਨੇ, ਇਨਕੁਆਇਰੀਆਂ ਵੀ ਕਰਦੇ ਨੇ, ਉਹਦਾ ਰਿਪਲਾਈ ਵੀ ਕਰਦੇ ਨੇ, ਉਹਦੇ 'ਤੇ ਐਕਸ਼ਨ ਨਹੀਂ ਹੈ। ਉਸ ਤੋਂ ਬਾਅਦ ਇਨਕੁਆਇਰੀ ਹੁੰਦੀ ਹੈ, ਉਹਦੇ 'ਚ ਇਹਨੂੰ ਡਿਫਾਲਟਰ ਵੀ ਕਿਹਾ ਜਾਂਦਾ, ਇਹਦਾ ਪਰਚਾ ਦਰਜ ਕਰਨ ਵਾਸਤੇ ਵੀ ਕਿਹਾ ਜਾਂਦਾ, ਬਟ ਲੇਕਿਨ ਪਰਚਾ ਦਰਜ ਨਹੀਂ ਹੁੰਦਾ, ਜਿਹਦਾ ਕਿ ਨੈਟ ਰਿਜ਼ਲਟ ਜਿਹੜਾ 0 ਹੈ। ਕਾਗਜ਼ਾਂ ਵਿੱਚ ਫਿਰ ਇਹ ਡਿਫਾਲਟਰ ਹੋ ਜਾਏਗਾ, ਕਾਗਜ਼ਾਂ 'ਚ ਫਿਰ ਇਹਨੂੰ ਸਜ਼ਾ ਹੋ ਜਾਏਗੀ, ਬਟ ਬੰਦਾ ਅਜੇ ਵੀ ਕਲੋਨੀ ਕੱਟੀ ਜਾ ਰਿਹਾ, ਅਜੇ ਵੀ ਵਧਾਈ ਜਾ ਰਿਹਾ, ਲੋਕਾਂ ਨੂੰ ਲੁੱਟੀ ਜਾ ਰਿਹਾ। ਚਾਚੇ ਤਾਏ ਜਾਂ ਸ਼ਰੀਕਾਂ ਦੀਆਂ ਜ਼ਮੀਨਾਂ ਦੇ ਕਬਜ਼ੇ ਦੇ ਮਾਮਲੇ ਤੁਸੀਂ ਕਈ ਦੇਖੇ ਹੋਣਗੇ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜ਼ਮੀਨ ਹੜਪਣ ਦਾ ਇਹ ਨਿਵੇਕਲਾ ਮਾਮਲਾ ਹੈ ਤੇ ਹੈਰਾਨ ਕਰ ਦੇਣ ਵਾਲਾ ਹੈ। ਲੱਖ ਲਾਹਨਤਾਂ ਅਜਿਹੇ ਲਾਲਚੀ ਬਿਲਡਰ ਦੇ, ਜਿਸਨੇ ਆਪਣੇ ਲਾਲਚ ਦੀ ਖਾਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜ਼ਮੀਨ ਨੂੰ ਵੀ ਨਹੀਂ ਛੱਡਿਆ, ਤੇ ਲੱਖ ਲਾਹਨਤਾਂ ਅਜਿਹੇ ਅਧਿਕਾਰੀਆਂ ਤੇ, ਜਿਨ੍ਹਾਂ ਨੇ ਚੰਦ ਪੈਸਿਆਂ ਦੀ ਖਾਤਰ ਆਪਣਾ ਜ਼ਮੀਰ ਵੇਚ ਦਿੱਤਾ। ਸਵਾਲ ਕਈ ਖੜੇ ਹੁੰਦੇ ਨੇ। ਪਹਿਲਾ ਸਵਾਲ ਕਿ ਸਾਲ 2000 ਜਾਂ 2001 ਦੇ ਵਿੱਚ ਜਦੋਂ ਜੀਕੇ ਸਟੇਟਸ ਨੂੰ ਲਾਇਸੈਂਸ ਮਿਲਿਆ, ਤਾਂ ਉਸ ਤੋਂ 4 ਸਾਲ ਬਾਅਦ ਲਾਇਸੈਂਸ ਕੈਂਸਲ ਹੋ ਗਿਆ, ਪਰ 2020 ਤੱਕ ਹੁਣ ਤੱਕ ਉਹ ਕਲੋਨੀਆਂ ਕੱਟ ਰਹੇ ਨੇ। ਦੂਜਾ ਸਵਾਲ, ਪਰਮਿਸ਼ਨ ਸੀ 6.95 ਏਕੜ ਜ਼ਮੀਨ ਤੇ ਕਲੋਨੀ ਕੱਟਣ ਦੀ, ਪਰ ਸਰਕਾਰੀ ਆંકੜੇ ਬੋਲਦੇ ਨੇ ਜਨਾਬ ਕਿ 2020 ਤੱਕ ਇਹੀ ਬਿਲਡਰ 100 ਏਕੜ ਤੋਂ ਜ਼ਿਆਦਾ ਦੀ ਜ਼ਮੀਨ ਤੇ ਕਲੋਨੀ ਕੱਟ ਚੁੱਕੇ ਨੇ।
ਤੀਜਾ ਤੇ ਬੜਾ ਅਹਿਮ ਸਵਾਲ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜ਼ਮੀਨ ਹੜਪਣ ਦੇ ਲਈ ਜੀਕੇ ਸਟੇਟਸ ਵਾਲਿਆਂ ਨੇ 2 ਸਾਲ ਪਹਿਲਾਂ ਹੀ ਮਰ ਚੁੱਕੇ ਜ਼ਮੀਂਦਾਰ ਨੂੰ ਕਾਗਜ਼ਾਂ ਦੇ ਵਿੱਚ ਜਿਉਂਦਾ ਦਿਖਾ ਦਿੱਤਾ। ਤੇ ਇੱਕ ਗੱਲ ਹੋਰ ਦੱਸੀਏ ਕਿ ਅਸੀਂ ਜੀਕੇ ਸਟੇਟਸ ਵਾਲੇ ਗੁਲਸ਼ਨ ਕੁਮਾਰ ਜੀ ਨੂੰ ਫੋਨ ਵੀ ਕੀਤਾ ਸੀ ਇਹ ਪੁੱਛਣ ਦੇ ਲਈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਜ਼ਮੀਨ ਜਿਸ ਤੇ ਜੀਕੇ ਸਟੇਟਸ ਵਾਲੇ ਕਹਿੰਦੇ ਨੇ ਕਿ ਮਾਲਕਾਨਾ ਹੱਕ ਉਹਨਾਂ ਦਾ ਹੈ, ਕੋਈ ਕਾਗਜ਼ ਦਾ ਦਿਖਾਉਣ, ਰਜਿਸਟਰੀ ਦਿਖਾਉਣ ਜਾਂ ਮਾਲਿਕਾਨਾ ਹੱਕ ਦਾ ਕੋਈ ਕਾਗਜ਼ ਉਹ ਪੇਸ਼ ਕਰਨ। ਪਰ ਉਹਨਾਂ ਨੇ ਕੋਈ ਰਜਿਸਟਰੀ ਤਾਂ ਪੇਸ਼ ਨਹੀਂ ਕੀਤੀ, ਪਰ ਹਾਂ ਮੈਸੇਜ ਦੇ ਵਿੱਚ ਇੱਕ ਧਮਕੀ ਭਰੀ ਲਹਿਜੇ ਨਾਲ ਗੱਲ ਜ਼ਰੂਰ ਕਹੀ ਕਿ ਇਹੀ ਕਾਗਜ਼ ਇੱਕ ਹੋਰ ਬੰਦਾ ਵੀ ਮੰਗਦਾ ਸੀ, ਅਸੀਂ ਉਸ ਤੇ ਫਰਾਡ ਦਾ ਪਰਚਾ ਕਰਵਾਇਆ ਹੈ। ਪਰ ਜਨਾਬ ਅਸੀਂ ਡਰਨ ਵਾਲੇ ਨਹੀਂ, ਕਿਉਂਕਿ ਤੱਥ ਬੋਲਦੇ ਨੇ ਗਲਤੀ ਕਿਸ ਦੀ ਹੈ। ਤੇ ਇਹ ਜ਼ਮੀਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਤੇ ਉਹਨਾਂ ਦੇ ਨਾਂ ਤੇ ਹੀ ਰਹਿਣੀ ਚਾਹੀਦੀ ਹੈ। ਜੇਕਰ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਜ਼ਮੀਰਾਂ ਵੇਚ ਕੇ ਜੋ ਵੀ ਅਧਿਕਾਰੀ ਸੁੱਤੇ ਨੇ ਉਹਨਾਂ ਦੀਆਂ ਅੱਖਾਂ ਵੀ ਖੁੱਲ ਸਕਣ।